ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਰਿਹਾ। ਇਹਨਾਂ ਨੂੰ ਪਤਾ ਵੀ ਹੁੰਦਾ ਕਿ ਸਾਡਾ ਅੰਤ ਕਿਵੇਂ ਹੋਣਾ ਹੈ ਔਰ ਕਿਉਂਕਿ ਇਸ ਲਾਈਨ ਦੇ ਵਿੱਚ ਜਿਹੜਾ ਵਿਅਕਤੀ ਪੈ ਜਾਂਦਾ ਹੈ ਉਹ ਫਿਰ ਉਹਨੂੰ ਪਿੱਛੇ ਮੁੜਨਾ ਔਖਾ ਹੋ ਜਾਂਦਾ ਹੈ। ਸਾਡੀ ਲੀਡਰਸ਼ਿਪ ਜਿਹਨੂੰ ਅਸੀਂ ਕਹਿੰਦੇ ਸਾਡੀਆਂ ਸਿਆਸੀ ਧਿਰਾਂ ਦੀ ਜਿਹੜੀ ਇਹਨਾਂ ਦੇ ਉੱਤੇ ਹੱਥ ਆ ਅਸਲ ਦੇ ਵਿੱਚ ਗੈਂਗਸਟਰ ਉੱਥੋਂ ਬਣਦੇ ਨੇ। ਇਸ ਅੰਦੋਲਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਲੰਬੀ ਗੱਲ ਨਾ ਕਰੀਏ ਤੇ ਇਹ ਅੰਦੋਲਨ ਇਸ ਗੱਲ ਤੇ ਟਿਕਿਆ ਹੋਇਆ ਕਿ ਇਸ ਅੰਦੋਲਨ ਨੇ ਹੁਣ ਤੱਕ ਸਾਰੀਆਂ ਸਿਆਸੀ ਧਿਰਾਂ ਨੂੰ ਨਕਾਰ ਕੇ ਰੱਖਿਆ। ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਨਾ ਜੀ ਤਾਂ ਵੱਡੇ ਵੱਡੇ ਗੁਨਾਹ ਛੁਪ ਜਾਂਦੇ ਨੇ ਤੇ ਦੰਗੇ ਫਸਾਦ ਹੋਏ ਤੇ ਕਿੰਨੇ ਲੋਕ ਮਾਰੇ ਗਏ, ਕੋਈ ਹਿਸਾਬ ਕਿਤਾਬ ਨਹੀਂ। ਲਾਸ਼ਾਂ ਚੁੱਕਣ ਨਹੀਂ ਆਇਆ ਕੋਈ। ਭਾਈ ਰਾਮ ਰਹੀਮ ਛੋਟਾ ਮੋਟਾ ਕੈਦੀ ਨਹੀਂ, ਸੰਗੀਨ ਜੁਰਮਾਂ ਦੇ ਤਹਿਤ ਉਹ ਸਜ਼ਾ ਭੋਗ ਰਿਹਾ ਹੈ। ਅੱਜ ਕਿਸਾਨਾਂ ਨੂੰ ਤੇ ਉਸ ਗੱਲ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਤੇ ਦੇਸ਼ ਧਰੋਹੀ ਆਖਿਆ ਜਾ ਰਿਹਾ ਜਿੱਥੇ ਇੱਕ ਵਿਅਕਤੀ ਦੀ ਵੀ ਜਾਨ ਨਹੀਂ ਗਈ। ਤੇ ਉੱਥੇ ਕੀ ਹੋਇਆ ਸੀ ਪੰਚਕੂਲੇ ਦੇ ਵਿੱਚ? ਕਿ ਬਾਬਾ ਉਹਨਾਂ ਦਾ ਜ਼ਿੰਮੇਵਾਰ ਨਹੀਂ ਕਿ ਉਹ ਬਾਬੇ ਦੇ ਪੈਰੋਕਾਰ ਨਹੀਂ ਸਨ ਜਿਹੜੇ ਉੱਥੇ ਪੁਲਿਸ ਨਾਲ ਝਗੜਾ ਕਰਨ ਵਾਸਤੇ ਤੇ ਅੱਗਾਂ ਲਾਉਣ ਵਾਸਤੇ ਤੇ ਨੁਕਸਾਨ ਕਰਨ ਵਾਸਤੇ ਪਹੁੰਚ ਗਏ? ਟੋਪੀਆਂ ਬਦਲਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਜਲਦੀ ਪਾਰਟੀ ਜਿਸ ਦੀ ਕੇਂਦਰੀ ਹਾਈ ਕਮਾਂਡ ਕਮਜ਼ੋਰ ਇੰਨੀ ਹੋਵੇ ਉੱਥੇ ਇਹੋ ਕੁਝ ਹੀ ਹੋਣਾ। ਕੈਪਟਨ ਸਾਹਿਬ ਨੇ ਆਪਣੇ ਹੀ ਫਾਰਮ ਹਾਊਸ ਤੇ 5 ਐਮਪੀਜ਼ ਨਾਲ ਪੰਜਾਬ ਦੇ ਨਾਲ ਮੀਟਿੰਗ ਕੀਤੀ ਹੈ। ਉੱਥੇ ਵੀ ਕਿਹਾ ਗਿਆ ਕਿ ਉਹਨਾਂ ਨੂੰ ਉਹਦੇ ਐਮਪੀਜ਼ ਨੇ ਸਾਹਮਣੇ ਉਹਨਾਂ ਦੇ ਪੁੱਛ ਲਿਆ ਕਿ ਕੈਪਟਨ ਸਾਹਿਬ ਗੱਲਾਂ ਤੇ ਸਾਰੀਆਂ ਤੁਹਾਡੇ ਠੀਕ ਆ, ਅਸੀਂ ਤੁਹਾਡੇ ਨਾਲ ਆ, ਪਰ ਤੁਹਾਡਾ ਜਿਹੜਾ ਬਾਦਲਾਂ ਨਾਲ ਰਲੇ ਹੋਣ ਦੀ ਗੱਲ ਸਾਹਮਣੇ ਆਉਂਦੀ ਆ ਉਹਦਾ ਕੀ ਜਵਾਬ ਦੇ? ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮਾਹਿਰ ਮਹਿਮਾਨ ਹੋਣਗੇ ਸਰਦਾਰ ਕੁਲਦੀਪ ਸਿੰਘ ਹੀਰ ਜੀ ਤੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਕੇਂਦਰ ਸਰਕਾਰ ਆਖਰ ਰਾਮ ਰਹੀਮ ਨੂੰ ਇੰਨੀਆਂ ਰਿਆਇਤਾਂ ਕਿਉਂ ਦੇ ਰਹੀ ਹੈ? ਜੇ ਸਰਕਾਰ ਨੇ ਝੋਨੇ ਦਾ ਰੇਟ ਵਧਾਇਆ ਤੇ ਉਹ ਕਿੰਨਾ ਕੁ ਜਾਇਜ਼ ਹੈ? ਕਿਸਾਨ ਆਗੂ ਰਾਕੇਸ਼ ਟਕੈਤ ਤੇ ਮਮਤਾ ਬੈਨਰਜੀ ਦੇ ਮਿਲਣੀ ਦੇ ਕੀ ਅਰਥ ਨੇ? ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਉਹਨਾਂ ਦੇ ਨਾਲ ਵਿਚਾਰਾਂਗੇ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕਰੋਨਾ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਮੇਰਾ ਬਿਲਕੁਲ ਮਨ ਨਹੀਂ ਆ, ਪਰ ਮੌਤਾਂ ਦੇ ਅੰਕੜੇ ਸਵੇਰ ਦੇ ਹੈਰਾਨ ਕਰੀ ਜਾਂਦੇ ਨੇ। ਕੀ ਕਹਿੰਦੀ ਹੈ ਤਾਜ਼ਾ ਸਥਿਤੀ ਕਰੋਨਾ ਦੀ? ਜਿਹੜੇ ਅੰਕੜਿਆਂ ਦੀ ਗੱਲ ਆ ਉਹਦੇ ਵਿੱਚ ਇੱਕ ਵੱਡਾ ਰੌਲਾ ਆ, ਉਹਦੀ ਆਪਾਂ ਗੱਲਬਾਤ ਕਰਦੇ ਹਾਂ। ਜੇ ਅਸੀਂ ਅੱਜ ਦੇ ਅੰਕੜਿਆਂ ਦੀ ਗੱਲ ਕਰੀਏ ਤੇ ਕੋਈ 92,000 ਕੇਸ ਪਿਛਲੇ 24 ਘੰਟਿਆਂ 'ਚ ਨਵੇਂ ਆਏ ਨੇ ਤੇ 20 ਲੱਖ ਦੇ ਕਰੀਬ ਟੈਸਟ ਕੀਤੇ ਗਏ, ਜਿਹਦੇ ਚੋਂ 92,000 ਕੇਸ ਜਿਹੜੇ ਆ ਸਾਹਮਣੇ ਆਏ ਨੇ। ਤੇ ਜਿਹੜੀ ਦੇਸ਼ ਦੀ ਇੱਕ ਦਿਨ ਦੀ ਮੌਤਾਂ ਦੀ ਗਿਣਤੀ ਆ ਉਹ ਗੱਲ ਤੁਹਾਡੀ ਠੀਕ ਆ, ਉਹ 21 ਤੋਂ 2200 ਦੇ ਕਰੀਬ ਹੀ ਹੈ। ਥੋੜਾ ਬਹੁਤ ਵੇਰੀਏਸ਼ਨਸ ਆ, ਕਿਤੇ ਗਿਣਤੀ ਦੇ ਵਿੱਚ ਫਰਕ ਆ। ਕੁਝ ਸਟੇਟਾਂ ਨੇ ਜਾਣਕਾਰੀ ਨਹੀਂ ਦਿੱਤੀ ਤੇ ਕੁਝ ਸਟੇਟਾਂ ਦੀ ਜਾਣਕਾਰੀ ਜਿਹੜੀ ਆ ਉਹਨਾਂ ਦੀਆਂ ਅਖਬਾਰਾਂ ਤੋਂ ਲਈ ਗਈ ਹੈ। ਪਰ ਇੱਕ ਦਿਨ ਦੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਦੋ ਤਰ੍ਹਾਂ ਦੇ ਅੰਕੜੇ ਸਵਲੀਨ ਜੀ ਅੱਜ ਸਾਹਮਣੇ ਆ ਰਹੇ ਨੇ। ਇੱਕ 6000 ਸਮਥਿੰਗ ਕੁਝ 2100-2200 ਦੇ ਕਰੀਬ ਆ ਤੇ ਦੂਸਰੇ ਅੰਕੜੇ 6113 ਨੇ। ਉਹ ਜਿਹੜੀ 6100 ਦੀ ਗੱਲ ਆ ਉਸ ਨੇ ਸਾਰੀ ਦੁਨੀਆ ਦੇ ਵਿੱਚ ਹੀ ਇੱਕ ਨਵੀਂ ਖਬਰ ਬਣਾਤੀ, ਕਿਉਂਕਿ ਹਾਲੇ ਤੱਕ ਜਦੋਂ ਤੋਂ ਕੋਵਿਡ ਜਿਹੜਾ ਲਾਂਚ ਹੋਇਆ, ਜਦੋਂ ਤੋਂ ਇਹ ਗੱਲ ਬਿਮਾਰੀ ਸਾਡੇ ਸਾਹਮਣੇ ਆਈ ਆ, ਉਸ ਤੋਂ ਉਹਦੇ ਵਿੱਚ 4000 ਜਾਂ 4400-4500 ਦੇ ਕਰੀਬ ਇੱਕ ਦਿਨ ਦੇ ਵਿੱਚ ਮੌਤਾਂ ਜਿਹੜੀਆਂ ਹਿੰਦੁਸਤਾਨ 'ਚ ਰਿਕਾਰਡ ਕੀਤੀਆਂ ਗਈਆਂ। ਇੰਨੀਆਂ ਕੀ ਮੌਤਾਂ ਫਰਵਰੀ ਦੇ ਵਿੱਚ ਅਮਰੀਕਾ 'ਚ ਰਿਕਾਰਡ ਕੀਤੀਆਂ ਗਈਆਂ ਸੀ। ਪਰ ਇਹ ਜਿਹੜਾ 6100 ਦਾ ਗੱਲਬਾਤ ਸਾਹਮਣੇ ਆਈ ਹੈ ਉਹ ਬਿਹਾਰ ਦੇ ਕੁਝ ਅੰਕੜੇ ਰਿਵਾਈਜ਼ ਹੋ ਕੇ ਪੇਸ਼ ਹੋਏ ਆ, ਉਹਦੇ ਕਰਕੇ ਸਾਹਮਣੇ ਆਈ ਹੈ। ਪਿਛਲੇ ਅੰਕੜੇ ਐਡ ਕਰਤੇ ਮਤਲਬ? ਜੀ, ਤੁਸੀਂ ਇਦਾਂ ਕਹਿ ਸਕਦੇ ਹੋ। ਬਿਹਾਰ ਪਟਨਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਕਿ ਇੱਥੇ ਅੰਕੜਿਆਂ ਦੇ ਵਿੱਚ ਗੜਬੜ ਹੋਈ ਹੈ। ਜਦੋਂ ਹਾਈ ਕੋਰਟ ਨੇ ਫਟਕਾਰ ਲਾਈ ਤੇ ਸਰਕਾਰ ਨੇ ਆਪਣੇ ਅੰਕੜੇ ਜਿਹੜੇ ਆ ਰਿਵਾਈਜ਼ ਕਰਕੇ ਪੇਸ਼ ਕਰਤੇ, ਜਿਹੜੇ ਕਿ 72% ਜ਼ਿਆਦਾ ਸੀ। ਉਹ 4000 ਦੇ ਕਰੀਬ 3900 ਕੁਛ ਮੌਤਾਂ ਜਿਹੜੀਆਂ ਉਹਨਾਂ ਨੇ ਪਿਛਲੇ 1-2 ਦਿਨਾਂ ਦੀਆਂ, ਹੋ ਸਕਦਾ ਇੱਕ ਦਿਨ ਦੀਆਂ ਹੋਣ ਜਾਂ 2 ਦਿਨਾਂ ਦੀਆਂ, ਉਹਦੀ ਬਹੁਤੀ ਜਾਣਕਾਰੀ ਨਹੀਂ। ਪਰ ਉਹ ਅਸਲ ਗੱਲ ਇਹੀ ਆ ਕਿ ਬੰਦੇ ਇੱਕ ਦਿਨ ਦੇ ਵਿੱਚ 2100-2200 ਜਿੰਨੀ ਡੈਥ ਹੋਈ ਉਨੀ ਹੀ ਆ। ਪਰ ਹੁਣ ਭਾਰਤ ਦੇ ਵਿੱਚ ਅੰਕੜਿਆਂ ਦਾ ਜਿਹੜਾ ਰੌਲਾ ਆ ਉਹ ਅਕਸਰ ਪੈਂਦਾ ਰਹਿੰਦਾ। ਮੈਨੂੰ ਬੜੇ ਪੁਰਾਣੀ ਇੱਕ ਘਟਨਾ ਯਾਦ ਆ। ਇੱਕ ਵਾਰ ਅਸੀਂ ਬਿਜਲੀ ਬੋਰਡ ਦੇ ਦਫ਼ਤਰ ਬੈਠੇ ਸੀ ਤੇ ਉੱਥੇ ਉਹਨਾਂ ਨੂੰ ਚਿੱਠੀ ਆ ਗਈ, ਉਸੇ ਵੇਲੇ ਹੀ ਫੈਕਸ ਆਈ। ਬੜੀ ਪੁਰਾਣੀ ਗੱਲ ਆ, ਜਦੋਂ ਇੰਟਰਨੈਟ ਦਾ ਜ਼ਮਾਨਾ ਨਹੀਂ ਸੀ, ਕਿ ਸਾਨੂੰ ਜੀ ਪਿਛਲੇ 5 ਸਾਲਾਂ ਦੇ ਜਿਹੜੇ ਡਿਫਾਲਟਰ ਆ ਉਹਨਾਂ ਦੀ ਅੰਕੜੇ ਦਿਓ। ਤੇ ਹੁਣ ਰੈਵਨਿਊ ਅਕਾਊਂਟੈਂਟ ਜਿਹੜਾ ਉੱਥੇ ਬੈਠਾ ਸੀ ਉਹਨੇ ਟਿਕ 5-7 ਅੱਖਰ ਲਿਖ ਕੇ ਤੇ ਭੇਜਤੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਤੁਹਾਨੂੰ ਯਾਦ ਸੀ? ਕਹਿੰਦਾ ਜਿੱਦਾਂ ਚਿੱਠੀ ਆਈ ਉਦਾਂ ਆਪਾਂ ਜਵਾਬ ਦੇਤਾ, ਜਦੋਂ ਇਹਦੀ ਜਸਟੀਫਿਕੇਸ਼ਨ ਦੇਣੀ ਹੋਊਗੀ ਤਦ ਤੱਕ ਆਪਾਂ ਫਾਈਲ ਲੱਭ ਕੇ ਲੈ ਜਾਾਂਗੇ। ਸੋ ਇੱਥੇ ਜਿਹੜੀ ਆ ਜਸਟੀਫਿਕੇਸ਼ਨ ਜਿਹੜੀ ਆ ਉਹ ਕੋਈ ਨਹੀਂ ਜਾਣਦਾ, ਕੋਈ ਨਹੀਂ ਸਮਝਦਾ ਇਸ ਗੱਲ ਨੂੰ। ਜਿਹੜੇ ਉੱਪਰ ਬੈਠੇ ਨੇ ਉਹ ਇਦਾਂ ਹੀ ਕਹਾਣੀ ਅੱਗੇ ਨੂੰ ਭੇਜ ਦਿੰਦੇ ਨੇ ਤੇ ਗੇਂਦ ਜਿਹੜੀ ਆ ਰੁੜੀ ਜਾਂਦੀ ਆ, ਸੱਚਾਈ ਕਿਤੇ ਦੂਰ ਰਹਿ ਜਾਂਦੀ ਹੈ। ਤੇ ਜਦੋਂ
ਇੰਟਰਨੈਟ ਦਾ ਜ਼ਮਾਨਾ ਆਇਆ ਤੇ ਇਹ ਗੱਲ ਅਕਸਰ ਕਹੀ ਗਈ ਕਿ ਡਾਟਾ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਤੇ ਪਿਛਲੇ ਦਿਨੀ ਅਸੀਂ ਗੱਲ ਕੀਤੀ ਸੀ ਕਿ 800 ਤੋਂ ਜ਼ਿਆਦਾ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਸਾਨੂੰ ਸਹੀ ਫਿਗਰ ਦਿਓ ਤਾਂ ਜੋ ਅਸੀਂ ਜਿਹੜੇ ਅੰਕੜੇ ਆ ਉਹਨਾਂ ਨਾਲ ਘੁਲ ਕੇ ਉਹਨਾਂ ਦੇ ਨਾਲ ਉਹਨਾਂ ਦਾ ਮੁਲਾਂਕਣ ਵਿਸ਼ਲੇਸ਼ਣ ਕਰਕੇ ਤੁਹਾਨੂੰ ਸਹੀ ਗੱਲ ਦੱਸ ਸਕੀਏ ਕਿ ਕੀ ਹੋਣਾ ਹੈ, ਕਿਵੇਂ ਹੋਣਾ ਹੈ। ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਵਲੀਨ ਜੀ ਉਹ ਮੈਥ ਤੇ ਸਾਇੰਸ ਤੋਂ ਬਾਹਰ ਨਹੀਂ ਹੈਗੀਆਂ, ਲਗਭਗ ਸਾਰਾ ਕੁਝ ਹੀ। ਜਦੋਂ ਤੁਹਾਨੂੰ ਅੰਕੜੇ ਪਤਾ ਲੱਗਣਗੇ ਫਿਰ ਹੀ ਤੁਸੀਂ ਦੱਸ ਸਕੋਗੇ ਕਿ ਕਿੰਨੇ ਦਿਨਾਂ 'ਚ ਕਿੰਨੇ ਵਧੇ ਆ, ਕਿੰਨੇ ਮਰੇ ਆ, ਕਿੱਧਰ ਨੂੰ ਸਪੀਡ ਜਾ ਰਹੀ ਆ, ਕਦੋਂ ਘਟੇਗੀ, ਕਿੱਦਾਂ ਹੋਏਗੀ। ਪਰ ਇਹ ਜਿਹੜਾ ਅੰਕੜਿਆਂ ਦਾ ਅੱਜ ਦਾ ਤੁਹਾਡਾ ਜਿਹੜਾ ਸਵਾਲ ਆ ਉਹ ਸਿਰਫ ਇਸ ਕਰਕੇ ਆ ਕਿ ਹਾਈ ਕੋਰਟ ਨੇ ਸਰਕਾਰ ਨੂੰ ਫਟਕਾਰ ਲਾਈ ਤੇ ਸਰਕਾਰ ਨੇ ਫਿਰ ਉਹ ਅੰਕੜੇ ਪਿਛਲੇ ਉਹਦੇ 'ਚ ਜੋੜ ਕੇ ਦਿੱਤੇ। ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਜਿਹੜੀ ਮੌਤਾਂ ਦੀ ਗਿਣਤੀ ਆ ਉਹ ਸਰਕਾਰੀ ਪੱਧਰ ਤੇ ਦਿੱਤੀ ਜਾ ਰਹੀ ਹੈ ਤੇ ਜੋ ਅਸਲ ਦੇ ਵਿੱਚ ਆ ਉਹਦੇ 'ਚ ਬਹੁਤ ਰੋਲ ਘਚੋਲਾ ਹੈ। ਫਿਰ ਅਸੀਂ ਇਹ ਵੀ ਇਹ ਗੱਲ ਕਰ ਚੁੱਕੇ ਹਾਂ ਕਿ ਜਦੋਂ ਇਹ ਸਾਰੀ ਸਮੱਸਿਆ ਜਿਹੜੀ ਹੈ ਇਹ ਤੋਂ ਨਿਬਟ ਜਾਵਾਂਗੇ, ਇਹ ਤੋਂ ਬਾਹਰ ਆ ਜਾਵਾਂਗੇ ਤੇ ਸ਼ਾਇਦ ਸਾਲ 2 ਸਾਲ ਬਾਅਦ ਸਾਨੂੰ ਸਹੀ ਅੰਕੜੇ ਮਿਲਣਗੇ ਕਿ ਇਸ ਸਮੱਸਿਆ ਦੇ ਨਾਲ ਕਿੰਨੇ ਕੁ ਲੋਕਾਂ ਦੀ ਮੌਤ ਸਾਡੇ ਮੁਲਕ 'ਚ ਹੋਈ। ਜੀ, ਤੇ ਜੇ ਟੀਕਾਕਰਨ ਦੀ ਗੱਲ ਕਰੀਏ ਤੇ ਟੀਕਾਕਰਨ ਦੇ ਅੰਕੜੇ ਕੀ ਕਹਿੰਦੇ ਨੇ? 27 ਲੱਖ ਟੀਕਾ ਇਹਨਾਂ ਨੇ ਇੱਕ ਦਿਨ ਦੇ ਵਿੱਚ ਲਾਇਆ। ਇੱਕ ਚੰਗੀ ਸਪੀਡ ਆ। ਹੁਣ ਜਿਹੜੇ ਅੰਕੜੇ ਆ ਉਹਦੇ 'ਚ ਸੁਧਾਰ ਕੁਝ ਦੇਖਣ ਨੂੰ ਮਿਲ ਰਿਹਾ। ਪਰ ਇੱਕ ਹੋਰ ਖਬਰ ਜਿਹੜੀ ਸਾਨੂੰ ਪਰੇਸ਼ਾਨ ਕਰਨ ਵਾਲੀ ਆ, ਸੈਂਟਰ ਸਰਕਾਰ ਨੇ ਸਟੇਟ ਸਰਕਾਰਾਂ ਨੂੰ ਕਿਹਾ ਹੈ ਕਿ ਤੁਹਾਡੇ ਕੋਲ ਜੋ ਵੀ ਟੀਕਿਆਂ ਦਾ ਸਟਾਕ ਹੈ ਉਹਦੀ ਜਾਣਕਾਰੀ ਪਬਲਿਕ ਨਾ ਕਰੋ। ਇਹਦੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਹੈ ਇਹ ਤਾਂ ਉਹੀ ਦੱਸ ਸਕਦੇ ਨੇ, ਪਰ ਜੋ ਆਮ ਬੁੱਧੀ ਦੇ ਨਾਲ ਇਹ ਗੱਲ ਸਮਝ ਆਉਂਦੀ ਆ ਕਿ ਇਹ ਚਾਹੁੰਦੇ ਨਹੀਂ ਕਿ ਅੰਕੜਿਆਂ ਦਾ ਜਿਹੜਾ ਖੇਲ ਆ ਉਹ ਆਮ ਲੋਕਾਂ ਤੱਕ ਪਹੁੰਚੇ। ਜੀ, ਇਹੋ ਜਿਹੀ ਹੀ ਗੱਲ ਬੀਤੇ ਦਿਨੀ ਖੱਟੜ ਸਾਹਿਬ ਨੇ ਕਹੀ ਸੀ ਤੇ ਅਸੀਂ ਉਹਦੀ ਆਲੋਚਨਾ ਕੀਤੀ ਸੀ ਕਿ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ। ਤੇ ਉਹਦੇ ਤੇ ਅਸੀਂ ਵਿਗਿਆਨਕਤਾ ਦੀ ਵੀ ਗੱਲ ਕੀਤੀ ਸੀ ਕਿ ਜਿੰਨੀ ਬਿਮਾਰੀ ਨੂੰ ਜਿੰਨੀ ਜਲਦੀ ਆਪਾਂ ਟੀਕੇ ਲਾਵਾਂਗੇ ਉਨਾ ਚੰਗਾ ਹੈ, ਜਾਂ ਥੋੜੇ ਥੋੜੇ ਰੋਜ਼ ਲਾਵਾਂਗੇ ਤੇ ਇਸ ਗੱਲ ਤੋਂ ਬਚੇ ਰਵਾਂਗੇ ਕਿ ਟੀਕੇ ਮੁੱਕ ਨਾ ਜਾਣ ਜਾਂ ਲੋਕਾਂ ਦੇ ਵਿੱਚ ਇਹ ਗੱਲ ਨਾ ਫੈਲੇ। ਪਰ ਹੁਣ ਸਾਡੇ ਕੋਲ ਟੀਕੇ ਮੁੱਕ ਗਏ ਨੇ ਤੇ ਲੋਕਾਂ ਦੇ ਵਿੱਚ ਡਰ ਨਾ ਫੈਲੇ। ਠੀਕ ਹੈ, ਜਨਤਾ ਦੇ ਵਿੱਚ ਡਰ ਨਹੀਂ ਫੈਲਣਾ ਚਾਹੀਦਾ, ਪਰ ਇਹ ਜਿਹੜਾ ਡਰ ਆ, ਡਰ ਨਾ ਫੈਲਾਉਣ ਦੀ ਨੀਤੀ ਜਨਤਾ ਦੀ ਜਾਨ ਲੈ ਕੇ ਨਹੀਂ ਨਿਭਾਈ ਜਾ ਸਕਦੀ। ਡਰ ਨਾ ਫੈਲੇ ਇਹ ਚੰਗੀ ਗੱਲ ਹੈ, ਪਰ ਟੀਕੇ ਲਾਉਣੇ ਵੀ ਚੰਗੀ ਗੱਲ ਹੈ ਤੇ ਜ਼ਰੂਰੀ ਗੱਲ ਹੈ। ਸੋ ਹੁਣ ਇਹ ਜਿਹੜੀ ਇੱਕ ਨਵਾਂ ਆਦੇਸ਼ ਸੈਂਟਰ ਸਰਕਾਰ ਨੇ ਦਿੱਤਾ ਆ, ਇਹ ਬਹੁਤ ਮੰਦਭਾਗਾ ਕਹਿ ਸਕਦੇ ਆ, ਗਲਤ ਵੀ ਆ, ਡਰਾਵਣਾ ਵੀ ਆ, ਹਾਨੀਕਾਰਕ ਵੀ ਆ ਤੇ ਨੁਕਸਾਨਦਾਇਕ ਵੀ ਆ। ਇਹ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਕਿਹੜੀਆਂ ਸਟੇਟਾਂ ਇਹਨਾਂ ਦੀ ਗੱਲ ਮੰਨਦੀਆਂ ਤੇ ਕਿਹੜੀਆਂ ਨਹੀਂ ਮੰਨਦੀਆਂ। ਪਰ ਅੰਕੜੇ ਜਿਹੜੇ ਆ ਜਨਤਕ ਹੋਣੇ ਚਾਹੀਦੇ ਆ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿੱਥੇ ਤੱਕ ਸਾਡੀ ਗੱਲ ਪਹੁੰਚੀ ਆ ਤੇ ਕਿੱਥੇ ਤੱਕ ਨਹੀਂ ਪਹੁੰਚੀ। ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਆ। ਕੁਲਦੀਪ ਜੀ, ਮੁੱਖ ਮੰਤਰੀ ਕੋਲ ਡੀਐਸਪੀ ਫਰਿਆਦ ਕਰਨ ਗਿਆ ਤੇ ਉਹਦੀ ਮੌਤ ਦੀ ਖਬਰ ਆ, ਕੀ ਆ ਪੂਰਾ ਮਾਮਲਾ? ਮੈਂ ਪਹਿਲਾਂ ਇਸ ਤੋਂ ਪਹਿਲਾਂ ਥੋੜਾ ਜਿਹਾ ਕਰੋਨਾ ਦੇ ਬਾਰੇ ਜਿਹੜੀ ਅੰਮ੍ਰਿਤਪਾਲ ਜੀ ਨੇ ਗੱਲ ਕੀਤੀ, ਮੈਂ ਉਸ ਦੇ ਵਿੱਚ ਕੁਝ ਤੱਥ ਜੋੜਨਾ ਚਾਹਾਂਗਾ। ਹੁਣ ਅੰਮ੍ਰਿਤਪਾਲ ਜੀ ਨੇ ਜਿਹੜੀ ਗੱਲ ਕੀਤੀ ਹੈ ਕਿ ਤੱਥ ਜਿਹੜੇ ਨੇ ਸਾਨੂੰ ਸਹੀ ਸਾਡੇ ਸਾਹਮਣੇ ਪੇਸ਼ ਨਹੀਂ ਕੀਤੇ ਗਏ। ਹੁਣ ਤੱਥ ਵੀ ਨਹੀਂ ਪੇਸ਼ ਕੀਤੇ ਗਏ ਤੇ ਅਸੀਂ ਕੋਈ ਪੱਕਾ ਸਿਸਟਮ ਵੀ ਨਹੀਂ ਬਣਾ ਸਕੇ। ਸਾਨੂੰ 1.5 ਸਾਲ ਤਕਰੀਬਨ ਹੋ ਗਿਆ ਕਰੋਨਾ ਦੇ ਵਸ ਪਿਆ ਹੋਇਆ। ਮੁੱਖ ਮੰਤਰੀ ਵੱਲੋਂ ਕੁਝ ਆਦੇਸ਼ ਹੁੰਦਾ ਹੈ ਤੇ ਸ਼ਾਮ ਨੂੰ ਜ਼ਿਲ੍ਹੇ ਦੇ ਡੀਸੀ ਵੱਲੋਂ ਕੋਈ ਹੋਰ ਆਦੇਸ਼ ਆ ਜਾਂਦਾ ਹੈ। ਫਿਰ ਨਾਕਿਆਂ ਦੇ ਉੱਪਰ ਇੱਕ ਨਾਕੇ ਦੇ ਉੱਪਰ ਹੋਰ ਨੇ ਜਿਵੇਂ, ਦੂਸਰੇ ਦੇ ਉੱਪਰ ਹੋਰ ਨੇ ਜਿਵੇਂ। ਇਹ ਵੀ ਵੇਖਣ ਨੂੰ ਮਿਲਿਆ, ਇੱਕ ਨਾਕੇ ਦੇ ਉੱਪਰ ਇੱਕ ਵਿਅਕਤੀ ਦਾ ਕੋਵਿਡ ਟੈਸਟ ਕੀਤਾ ਜਾ ਰਿਹਾ ਸੀ। ਉਹ ਮੈਡੀਕਲੀ ਉਸ ਨੂੰ ਪਤਾ ਸੀ ਕਿ ਕਿਵੇਂ ਹੁੰਦਾ, ਕਿਸ ਤਰ੍ਹਾਂ ਹੁੰਦਾ, ਤੇ ਉਸ ਦਾ ਜੀਭ ਦੇ ਉੱਪਰੋਂ ਹੀ ਸਵਾਬ ਲੈ ਕੇ ਟੈਸਟ ਕਰ ਦਿੱਤਾ। ਤੇ ਉਸਨੇ ਕਿਹਾ ਕਿ ਇਹ ਤੇ ਅੰਦਰ ਦੇ ਵਿੱਚੋਂ ਸਵਾਬ ਲੈਣਾ ਚਾਹੀਦਾ। ਉਹ ਨਰਸ ਉੱਥੇ ਜਿਹੜੀ ਮੌਜੂਦ ਸੀ ਉਹ ਕਹਿੰਦੀ ਦੇਖੋ ਜੀ ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਅੰਦਰੋਂ ਸਵਾਬ ਨਹੀਂ ਲੈਣਾ ਟੈਸਟ। ਕਈ ਲੋਕ ਘਰੋਂ ਰੋਟੀ ਖਾ ਕੇ ਆਉਂਦੇ ਨੇ ਤੇ ਅਸੀਂ ਜਦੋਂ ਅੰਦਰੋਂ ਉਹਦਾ ਲੈਂਦੇ ਆ ਸੈਂਪਲ ਤੇ ਉਲਟੀ ਕਰ ਦਿੰਦੇ ਨੇ। ਇੱਕ ਗੱਲ ਹੋਈ ਭਲਾ, ਨਾਕਿਆਂ ਦੇ ਉੱਪਰ ਬਹਿਣ ਨੂੰ ਕੁਰਸੀ ਨਹੀਂ, ਖੜੇ ਹੋਣ ਨੂੰ ਥਾਂ ਨਹੀਂ, ਘੱਟਾ ਮਿੱਟੀ ਹੈ, ਧੁੱਪ ਹੈ, ਤੁਸੀਂ ਉੱਥੇ ਲੋਕਾਂ ਦੇ ਕੋਵਿਡ ਦੇ ਟੈਸਟ ਕਰ ਰਹੇ ਹੋ। ਮੱਧ ਪ੍ਰਦੇਸ਼ ਦੇ ਨਿਵਾਰੀ ਜ਼ਿਲ੍ਹੇ ਦੇ ਵਿੱਚ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਇੱਕ ਪੁਲਿਸ ਵਾਲਾ ਭਰੇ ਹੋਏ ਬਾਜ਼ਾਰ ਦੇ ਵਿੱਚ ਵੜ ਗਿਆ ਤੇ ਉੱਥੇ ਲੋਕਾਂ ਨੂੰ ਕਹਿੰਦਾ ਕਿ ਜਿਹੜਾ ਤੁਸੀਂ ਕੋਵਿਡ ਦੇ ਟੀਕੇ ਲਗਵਾਏ ਨੇ ਉਹਦੇ ਸਰਟੀਫਿਕੇਟ ਸਾਨੂੰ ਦਿਖਾਓ। ਜੇ ਕਿਸੇ ਦੇ ਫੋਨ ਵਿੱਚ ਆ ਉਹ ਦਿਖਾ ਦਿਓ, ਜੇ ਕਿਸੇ ਕੋਲ ਹਾਰਡ ਕਾਪੀ ਹੈ ਤੇ ਉਹ ਵਿਖਾ ਦਿਓ। ਜਿਨ੍ਹਾਂ ਨੇ ਤੇ ਵਿਖਾ ਦਿੱਤੀ ਉਹਨਾਂ ਨੂੰ ਇੱਕ ਤਿਰੰਗੇ ਝੰਡੇ ਵਾਲਾ ਬੈਜ ਜਿਹੜਾ ਇੱਥੇ ਲਾਉਣ ਵਾਸਤੇ ਦਿੱਤਾ ਗਿਆ। ਤੇ ਜਿਹੜੇ ਨਹੀਂ ਦਿਖਾ ਸਕੇ, ਜਿਨ੍ਹਾਂ ਨੇ ਕਿਹਾ ਕਿ ਟੀਕਾ ਨਹੀਂ ਲਗਵਾਇਆ ਗਿਆ, ਉਹਨਾਂ ਦੇ ਗਲ ਦੇ ਵਿੱਚ ਇੱਕ ਪੋਸਟਰ ਪਾ ਦਿੱਤਾ ਜਿਹਦੇ ਉੱਪਰ ਲਿਖਿਆ ਸੀ ਕਿ ਮੈਂ ਟੀਕਾ ਨਹੀਂ ਲਗਵਾਇਆ, ਮੈਂ ਗੈਰ ਜ਼ਿੰਮੇਵਾਰ ਨਾਗਰਿਕ ਹਾਂ ਤੇ ਮੇਰੇ ਤੋਂ ਦੂਰ ਰਹੋ। ਤੇ ਨਾਲੇ ਉਹਨਾਂ ਨੂੰ ਕਿਹਾ ਕਿ ਉੱਚੀ ਉੱਚੀ ਪੜ੍ਹੋ ਤੇ ਸਹੁੰ ਖਾਓ ਕਿ ਮੈਂ ਛੇਤੀ ਤੋਂ ਛੇਤੀ ਟੀਕਾ ਲਵਾਉਣ ਦੀ ਕੋਸ਼ਿਸ਼ ਕਰ ਰਿਹਾ। ਜਦੋਂ ਐਸਐਸਪੀ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਕਿ ਇਹ ਕੀ ਆ, ਕਿਹਾ ਦੇਖੋ ਅਸੀਂ ਸਿਰਫ ਬੈਜ ਦੇਣ ਦੀ ਗੱਲ ਕੀਤੀ ਸੀ ਤੇ ਇਹ ਜਿਹੜੇ ਪੋਸਟਰ ਪਾਉਣ ਦੀ ਗੱਲ 'ਚ ਅਸੀਂ ਗੱਲ ਨਹੀਂ ਸੀ ਕੀਤੀ। ਇਹ ਜਿਵੇਂ ਭਾਰਤ ਦੇ ਵਿੱਚ ਨਿਯਮ ਹੁੰਦੇ ਕਿ ਇਹ ਕਿਤੇ ਕਿਤੇ ਇਹੋ ਜਿਹੇ ਕੇਸ ਵੀ ਹੋਏ ਨੇ, ਕਿਸੇ ਨੇ ਚੋਰੀ ਕੀਤੀ ਜਾਂ ਜੇਬ ਕਤਰਾ, ਇੱਕ ਔਰਤ ਦੇ ਉੱਤੇ ਮੱਥੇ ਤੇ ਖੁਣਵਾ ਦਿੱਤਾ ਗਿਆ ਸੀ ਜੇਬ ਕਤਰੀ, ਔਰ ਉਸਨੇ ਸ਼ਾਇਦ
ਇਹ ਗੱਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ, ਪਰ ਪੁਲਿਸ ਵੱਲੋਂ ਅਜਿਹਾ ਲੋਕਾਂ ਨੂੰ ਚੈੱਕ ਕਰਨਾ ਤੇ ਤਾਂ ਬਣੇ ਜੇ ਟੀਕਿਆਂ ਦੀ ਬਹੁਤਾਤ ਹੋਵੇ ਤੇ ਟੀਕੇ ਟਰੱਕਾਂ ਦੇ ਟਰੱਕ ਭਰੇ ਪਏ ਹੋਣ ਤੇ ਲੋਕ ਲਗਵਾ ਨਾ ਲਏ ਹੋਣ। ਲੋਕਾਂ ਨੂੰ ਤੇ ਖੱਜਲ ਖੁਆਰੀ ਹੋ ਰਹੀ ਹੈ ਤੇ ਭਾਈ ਤੁਸੀਂ ਟੀਕੇ ਲਾਉਣੇ ਨੇ ਤੇ ਤੁਸੀਂ ਛੇਤੀ ਲਾਓ ਤੇ ਫਿਰ ਲੋਕਾਂ ਨੂੰ ਪੁੱਛੋ 6 ਮਹੀਨੇ ਬਾਅਦ ਕਿ ਜਿਹਨੇ ਨਹੀਂ ਲਗਵਾਇਆ ਹੁਣ ਹੱਥ ਖੜਾ ਕਰੇ। ਇਦਾਂ ਲੱਗਦਾ ਜਿਵੇਂ ਸਰਕਾਰ ਨੂੰ ਆਪ ਹੀ ਕੁਝ ਸਮਝ ਨਹੀਂ ਆ ਰਹੀ। ਨਾਲੇ ਕੰਪਲਸਰੀ ਤੇ ਕੀਤਾ ਨਹੀਂ ਗਿਆ ਟੀਕਾ, ਰਿਜ਼ਰਵੇਸ਼ਨ ਨੇ ਆਪਣੀ, ਲੋਕਾਂ ਨੂੰ ਸਿਰਫ ਜਿਹੜਾ ਉਤਸ਼ਾਹਿਤ ਕੀਤਾ ਜਾ ਸਕਦਾ ਟੀਕੇ ਬਦਲੇ। ਹੁਣ ਜਿਹੜੀ ਤੁਸੀਂ ਗੱਲ ਜਿਹੜਾ ਮੈਨੂੰ ਸਵਾਲ ਪੁੱਛਿਆ ਸੀ ਮੈਂ ਉਹਦੇ ਵੱਲ ਆਉਣਾ। ਡੀਐਸਪੀ ਨੇ ਇੱਕ ਵੀਡੀਓ ਦੇ ਜ਼ਰੀਏ ਮੁੱਖ ਮੰਤਰੀ ਨੂੰ ਜਿਹੜੀ ਸੀ ਫਰਿਆਦ ਲਾਈ ਸੀ ਕਿ ਮੈਂ ਬਿਮਾਰ ਆ ਤੇ ਮੇਰੇ ਫੇਫੜੇ ਜਿਹੜੇ ਆ ਉਹ ਖਰਾਬ ਨੇ, ਕੋਵਿਡ ਦੇ ਕਾਰਨ ਉਹ ਇੱਕ ਲੁਧਿਆਣੇ ਦੇ ਹਸਪਤਾਲ ਦੇ ਵਿੱਚ ਦਾਖਲ ਸਨ, ਪ੍ਰਾਈਵੇਟ ਹਸਪਤਾਲ ਦੇ ਵਿੱਚ। ਮਹਿੰਗਾ ਇਲਾਜ ਉਹਨਾਂ ਦਾ ਚੱਲਿਆ, ਲੰਬਾ ਸਮਾਂ ਇਲਾਜ ਚੱਲਿਆ ਤੇ ਉਹਨਾਂ ਨੇ ਇਹ ਫਰਿਆਦ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਮੈਂ 28 ਸਾਲ ਬੇਦਾਗ ਨੌਕਰੀ ਕੀਤੀ ਹੈ। ਬਹੁਤ ਘੱਟ ਪੁਲਿਸ ਅਫਸਰ ਅਜਿਹੇ ਹੁੰਦੇ ਨੇ ਜਿਹੜੇ ਖੁਦ ਇਹ ਗੱਲ ਕਹਿ ਸਕਦੇ ਨੇ ਕਿ ਮੈਂ ਬੇਦਾਗ ਨੌਕਰੀ ਕੀਤੀ ਹੈ। ਉਹਨਾਂ ਨੇ ਇਹ ਗੱਲ ਆਖੀ ਕਿ ਮੇਰੇ ਇਲਾਜ ਦੇ ਉੱਪਰ 80 ਲੱਖ ਰੁਪਇਆ ਖਰਚ ਹੋਣਾ ਹੈ, ਮੇਰੇ ਫੇਫੜੇ ਬਦਲੀ ਹੋਣੇ ਨੇ, ਟ੍ਰਾਂਸਪਲਾਂਟ ਹੋਣੇ ਨੇ ਤੇ ਹਸਪਤਾਲ ਵਾਲਿਆਂ ਨੇ ਗੱਲ ਕੀਤੀ ਕਿ 80 ਲੱਖ ਦੇ ਲਾਗੇ ਖਰਚਾ ਆਵੇਗਾ, ਮੇਰੇ ਕੋਲ ਇੰਨੇ ਪੈਸੇ ਦੇਣ ਵਾਸਤੇ ਨਹੀਂ ਤੇ ਤੁਸੀਂ ਜਿਹੜੇ ਮੇਰੇ ਮਰਨ ਤੋਂ ਬਾਅਦ ਖਰਚੇ ਕਰਨੇ ਨੇ ਤੇ ਮੇਰੇ ਬੱਚਿਆਂ ਨੂੰ ਤੇ ਮੇਰੀ ਘਰਵਾਲੀ ਨੂੰ ਫੰਡ ਦੇਣੇ ਨੇ ਉਹ ਹੁਣੇ ਮੈਨੂੰ ਦੇ ਦਿਓ, ਮੈਂ ਇਲਾਜ ਕਰਵਾ ਸਕਾਂ ਤੇ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਾਂ ਤੇ ਪਰਿਵਾਰ ਦੀ ਦੇਖਭਾਲ ਕਰ ਸਕਾਂ। ਉਹ ਫਾਈਲਾਂ ਚੱਲੀਆਂ ਤੇ ਸਰਕਾਰੀ ਫਾਈਲਾਂ ਦੀ ਚਾਲ ਤੁਹਾਨੂੰ ਪਤਾ ਹੈ ਕਿ ਪਹੀਏ ਬੜੇ ਲੱਗੇ ਨਹੀਂ ਹੁੰਦੇ, ਇਹਨਾਂ ਨੂੰ ਘਸੀਟ ਕੇ ਲੈ ਕੇ ਜਾਣਾ ਪੈਂਦਾ ਹੈ। ਉਹ ਫਾਈਲ ਚੱਲੀ ਰੁਕ ਗਈ, ਫਾਈਲ ਚੱਲੀ ਰੁਕ ਗਈ। ਖੈਰ ਉਹ ਡੀਐਸਪੀ ਜਿਹੜੇ ਨੇ ਹਰਜਿੰਦਰ ਸਿੰਘ ਉਹ ਲੁਧਿਆਣੇ ਦੇ ਪ੍ਰਾਈਵੇਟ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਜੰਗ ਹਾਰ ਗਏ ਨੇ। ਇਸ ਨਾਲ ਕਈ ਸਵਾਲ ਖੜੇ ਹੁੰਦੇ ਨੇ। ਇੱਕ ਗੱਲ ਤਾਂ ਇਹ ਹੈ ਕਿ ਜੇ ਵਾਕਿਆ ਉਹਨਾਂ ਨੂੰ ਗੰਭੀਰ ਬਿਮਾਰੀ ਹੈ ਤੇ ਸਰਕਾਰ ਚਾਹੁੰਦੀ ਵੀ ਕਿ ਉਹਨਾਂ ਦਾ ਇਲਾਜ ਕਰਵਾ ਦਿੱਤਾ ਜਾਂਦਾ ਤੇ ਕੀ ਫੇਫੜੇ ਦਾ ਟ੍ਰਾਂਸਪਲਾਂਟ ਇੰਨਾ ਈਜ਼ੀ ਹੈ ਜਾਂ ਸਿਰਫ ਉਹਨਾਂ ਨੇ ਵੀਡੀਓ ਬਣਾ ਦਿੱਤੀ ਤੇ ਕੀ ਉਸ ਤੇ ਕੋਈ ਹੁਣ ਕਾਰਵਾਈ ਹੋਵੇਗੀ? ਜੇ ਕਾਰਵਾਈ ਸਰਕਾਰ ਨੇ ਕੋਈ ਸ਼ੁਰੂ ਕੀਤੀ ਸੀ ਕਿ ਇਹਦੀ ਕੋਈ ਮਾਇਕ ਮਦਦ ਕੀਤੀ ਜਾਵੇ ਡੀਐਸਪੀ ਸਾਹਿਬ ਦੀ ਤੇ ਫਿਰ ਉਹ ਫਾਈਲ ਕਿਉਂ ਰੁਕੀ ਰਹੀ ਤੇ ਕਿੱਥੇ ਤੱਕ ਪਹੁੰਚੀ ਤੇ ਕਿਉਂ ਰੁਕੀ ਰਹੀ? ਇਹ ਸਾਰੀਆਂ ਗੱਲਾਂ ਦਾ ਮੁਲਾਂਕਣ ਹੁਣ ਹੋਣਾ ਜ਼ਰੂਰੀ ਹੈ। ਪਰ ਇਸ ਗੱਲ ਨੇ ਕਈ ਚੀਜ਼ਾਂ ਨੂੰ ਸਾਡਿਆਂ ਨੂੰ ਨੰਗਿਆ ਕੀਤਾ ਕਿ ਕੀ ਸਾਡੇ ਜਿਹੜੇ ਤੰਤਰ ਹਨ ਇਹੋ ਜਿਹੇ ਜਿਹੜੇ ਇਸ ਤਰ੍ਹਾਂ ਦੀਆਂ ਸਿਸਟਮ ਹੈ ਕਿ ਅਸੀਂ ਆਪਣੇ ਵੱਡੇ ਵੱਡੇ ਅਫਸਰਾਂ ਨੂੰ ਜਿਨ੍ਹਾਂ ਦੇ ਇਲਾਜ ਫ੍ਰੀ ਹੁੰਦੇ ਨੇ ਉਹਨਾਂ ਦਾ ਕਿਉਂ ਨਹੀਂ ਅਸੀਂ ਪ੍ਰੋਪਰ ਇਲਾਜ ਜਿਹੜਾ ਹੋ ਸਕਦਾ? ਹੁਣ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇੰਸ਼ੋਰੈਂਸ ਦੇ ਕੇਸ ਜਿਹੜੇ ਨੇ ਫਰਾਡ ਜਿਹੜੇ ਨੇ ਇੰਨੇ ਜ਼ਿਆਦਾ ਹੁੰਦੇ ਨੇ ਕਿ ਜਦੋਂ ਕੋਈ ਪੇਸ਼ੈਂਟ ਉੱਥੇ ਜਾਂਦਾ ਹੈ, ਮਰੀਜ਼ ਜਾਂਦਾ ਹੈ ਤੇ ਉਸ ਦਾ ਬਿਮਾਰੀ ਬਾਅਦ ਵਿੱਚ ਦੇਖੀ ਜਾਂਦੀ ਹੈ ਤੇ ਪਹਿਲਾਂ ਇਹ ਦੇਖਿਆ ਜਾਂਦਾ ਕਿ ਇਸ ਦੀ ਇੰਸ਼ੋਰੈਂਸ ਕਿਸੇ ਪਾਸਿਓਂ ਹੈ ਜਾਂ ਨਹੀਂ ਹੈ। ਇਸ ਤਰ੍ਹਾਂ ਦਾ ਸਿਸਟਮ ਬਣ ਚੁੱਕਾ ਹੈ। ਪਰ ਡੀਐਸਪੀ ਦੀ ਮੌਤ ਨੇ ਝੰਜੋੜ ਦਿੱਤਾ ਤੇ ਉਹਨਾਂ ਦੁਆਰਾ ਕੀਤੀ ਹੋਈ ਵੀਡੀਓ ਅਪੀਲ ਨੇ ਝੰਜੋੜਿਆ ਸਾਰਿਆਂ ਨੂੰ। ਮਾੜੀ ਗੱਲ ਹੈ। ਔਰ ਜੇ ਉਹਨਾਂ ਨੇ ਕਿਹਾ ਕਿ ਮੈਂ 28 ਸਾਲ ਬੇਦਾਗ ਨੌਕਰੀ ਕੀਤੀ ਹੈ ਤੇ ਉਹਨਾਂ ਦਾ ਇਸ ਜਹਾਨ ਤੋਂ ਚਲੇ ਜਾਣਾ ਮਾੜੀ ਗੱਲ ਹੈ। ਸ਼ਰਧਾਂਜਲੀ ਦਿੰਦੇ ਅਸੀਂ ਉਹਨਾਂ ਨੂੰ। ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਕੱਲ ਦੀ ਇੱਕ ਖਬਰ ਬੜੀ ਸੁਰਖੀਆਂ 'ਚ ਆ। 2 ਗੈਂਗਸਟਰ ਮਾਰੇ ਗਏ ਨੇ ਕਲਕੱਤੇ ਵਿੱਚ ਤੇ ਪੂਰਾ ਘਟਨਾਕ੍ਰਮ ਤੁਹਾਡੇ ਤੋਂ ਜਾਣਨਾ ਚਾਹਾਂਗੇ। ਪੰਜਾਬ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਰਿਹਾ ਜੀ, ਚਾਹੇ ਉਹ ਸ਼ੇਰਾ ਖੁੱਬਣ ਹੋਵੇ, ਸੁੱਖਾ ਕਾਲਮਾ ਹੋਵੇ, ਵਿੱਕੀ ਗੌਂਡਰ ਹੋਵੇ, ਪ੍ਰੇਮਾ ਲਾਹੌਰੀਆ ਹੋਵੇ, ਦਿਲਪ੍ਰੀਤ ਬਾਬਾ ਹੋਵੇ ਤੇ ਹੁਣ ਇਹ 2 ਨਾਂ ਆ ਗਏ ਨੇ। ਇਹ 2 ਨੌਜਵਾਨ ਪੰਜਾਬ ਦੇ ਜੋ ਗੁੰਡਾਗਰਦੀ ਦੇ ਵਿੱਚ ਹੁਣ ਗੈਂਗਸਟਰ ਦਾ ਪੰਜਾਬੀ ਅਸਲੀ ਲਫ਼ਜ਼ ਜਿਹੜਾ ਹੈ ਉਹ ਤੇ ਅਜੇ ਤੱਕ ਬਣਿਆ ਨਹੀਂ। ਕਈਆਂ ਨੇ ਖੋਜ ਵੀ ਕੀਤੀ ਇਸ ਮੁੱਦੇ ਤੇ, ਪਰ ਇਹਨਾਂ ਤੇ ਇਲਜ਼ਾਮ ਸੀ ਕਿ ਇਹਨਾਂ ਨੇ ਪਿਛਲੇ ਮਹੀਨੇ ਜਗਰਾਉਂ ਦੀ ਅਨਾਜ ਮੰਡੀ ਦਾਣਾ ਮੰਡੀ ਦੇ ਵਿੱਚ 2 ਏਐਸਆਈਆਂ ਦਾ ਕਤਲ ਕਰ ਦਿੱਤਾ ਮੌਕੇ ਤੇ ਉੱਥੋਂ ਭੱਜ ਗਏ ਨੇ। ਹੁਣ ਉੱਥੇ ਕੀ ਕਰ ਰਹੇ ਸਨ, ਉਹਨਾਂ ਦੇ ਨਾਲ ਕਿਵੇਂ ਉੱਥੇ ਪਹੁੰਚੇ ਤੇ ਉਹ 2 ਏਐਸਆਈ ਕਿਵੇਂ ਉੱਥੇ ਮੌਕੇ ਤੇ ਮੌਜੂਦ ਹੋਏ, ਇਹ ਸਾਰੀਆਂ ਗੱਲਾਂ ਤੇ ਜਾਂਚ ਚਲੋ ਹੁਣ ਹੋਵੇਗੀ ਤੇ ਕਿਵੇਂ ਸਾਰੀ ਘਟਨਾ ਵਾਪਰੀ। ਪਰ ਉਸ ਕੇਸ ਦੇ ਵਿੱਚ ਇਹਨਾਂ ਨੂੰ ਮੁੱਖ ਮੁਲਜ਼ਮ ਵਜੋਂ ਪਛਾਣਿਆ ਗਿਆ ਕਿ ਇਹਨਾਂ ਨੇ ਹੀ ਕਤਲ ਕੀਤਾ ਤੇ ਇਹੋ ਹੀ ਉੱਥੋਂ ਮੌਕੇ ਤੋਂ ਭੱਜੇ ਨੇ। ਪੁਲਿਸ ਇਹਨਾਂ ਦੀ ਪੈੜ ਨੱਪ ਰਹੀ ਸੀ। ਇੱਕ ਮੈਂ ਦੱਸ ਦੇਵਾਂ ਕਿ ਪੁਲਿਸ ਦਾ ਪੂਰੇ ਭਾਰਤ ਦੇ ਵਿੱਚ ਇਹ ਰਵੱਈਆ ਰਿਹਾ ਕਿ ਚਾਹੇ ਕੋਈ ਕਿੰਨਾ ਵੀ ਵਾਂਟਡ ਹੋਵੇ, ਕਿਸੇ ਵੀ ਗੱਲ ਦੇ ਵਿੱਚ ਲੋੜੀਂਦਾ ਹੋਵੇ, ਜਿੰਨੀ ਦੇਰ ਤੱਕ ਉਹ ਆਮ ਆਪਣੀ ਲੜਾਈ ਦੇ ਵਿੱਚ ਸ਼ਾਮਲ ਹੈ, ਪੁਲਿਸ ਕਈ ਵਾਰੀ ਉਸ ਨੂੰ ਬੇਧਿਆਨਕ ਕਰ ਜਾਂਦੀ ਹੈ। ਪਰ ਜਦੋਂ ਫਿਰ ਪੁਲਿਸ ਦੇ ਉੱਪਰ ਆਪਣੇ ਉੱਪਰ ਜਿਹੜਾ ਸ਼ਿਕੰਜਾ ਕੱਸ ਦਿੰਦੀ ਹੈ ਇਹ ਕੋਈ ਗੈਂਗਸਟਰਾਂ ਦਾ ਟੋਲਾ ਜਾਂ ਕੋਈ ਉਹਨਾਂ ਦਾ ਗਰੁੱਪ, ਤੇ ਜੇ ਪੁਲਿਸ ਦੇ ਉੱਪਰ ਹਮਲਾ ਕਰ ਦਿੰਦੀ ਜਾਂ ਕਿਸੇ ਪੁਲਿਸ ਵਾਲੇ ਨੂੰ ਮਾਰ ਦਿੰਦੀ ਹੈ ਤੇ ਫਿਰ ਉਹਨਾਂ ਦੇ ਖਿਲਾਫ ਕਾਰਵਾਈ ਦੁੱਗਣੀ ਤਿੱਗਣੀ ਸਪੀਡ ਨਾਲ ਤੇਜ਼ ਹੋ ਜਾਂਦੀ ਹੈ। ਅਬੇ ਦੁੱਬੇ ਵਾਲਾ ਕੇਸ ਤੁਸੀਂ ਯੂਪੀ ਦੇ ਵਿੱਚ ਜਾਣਦੇ ਹੋ। ਇਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਰ ਕੇਸ ਹੋਏ ਨੇ। ਹੁਣ ਇਹ ਦੋਵਾਂ ਤੇ ਇਲਜ਼ਾਮ ਸੀ ਕਿ ਦੋਵੇਂ ਭੱਜ ਗਏ ਨੇ ਤੇ ਇੱਕ ਆਪਰੇਸ਼ਨ ਚਲਾਇਆ ਜਾ ਰਿਹਾ ਸੀ ਜੈਕ ਹੰਟ ਨਾਂ ਦਾ, ਉਸ ਦੇ ਤਹਿਤ ਇਹਨਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਨੇ ਪੂਰੇ ਇੰਡੀਆ ਦੀਆਂ ਪੁਲਿਸਾਂ ਨਾਲ, ਪੁਲਿਸ ਮਹਿਕਮੇ ਨਾਲ ਤਾਲਮੇਲ ਕੀਤਾ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਫੜੀਏ ਤੇ ਹੋ ਸਕਦਾ ਕਿ ਪੰਜਾਬ ਤੋਂ ਬਾਹਰ ਹੋਣ।
ਤੋ ਜਿੱਥੇ ਜਿੱਥੇ ਵੀ ਲੁਕੇ ਰਹੇ ਨੇ ਉਹਨਾਂ ਦੇ ਛਾਪਿਆਂ ਦੇ ਮਗਰ ਉਹਨਾਂ ਦੀ ਪੈੜ ਨੱਪੀ ਗਈ ਤੇ ਅਖੀਰ ਸਾਡੇ ਪੁਲਿਸ ਮੁਖੀ ਦੇ ਕਹਿਣ ਮੁਤਾਬਕ ਇੱਕ ਵਿਅਕਤੀ ਨੂੰ ਫੜਿਆ ਗਿਆ ਸ਼ੰਭੂ ਬੈਰੀਅਰ ਦੇ ਲਾਗਿਓਂ। ਉੱਥੋਂ ਉਸ ਨੂੰ ਜਦੋਂ ਫੜਿਆ ਗਿਆ ਤਾਂ ਉਸ ਕੋਲੋਂ ਬੰਗਾਲ ਨੰਬਰ 1 ਗੱਡੀ ਬਰਾਮਦ ਹੋਈ ਤੇ ਉਸਦੇ ਕੋਲ ਰਿਸ਼ਤੇਦਾਰ ਕਲਕੱਤੇ ਵਿੱਚ ਰਹਿੰਦੇ ਨੇ, ਬੰਗਾਲ ਦੇ ਵਿੱਚ, ਤੇ ਉਸਨੇ ਉਹ ਪੁੱਛਗਿੱਛ ਹੋਈ ਤੇ ਇਹ ਉਹਨਾਂ ਦਾ ਸਾਥੀ ਸਮਝਿਆ ਜਾਂਦਾ ਸੀ। ਤੇ ਇਸ ਕੋਲੋਂ ਜਦੋਂ ਪੁੱਛਗਿੱਛ ਹੋਈ ਤੇ ਇਹਨੇ ਦੱਸਿਆ ਕਿ ਦੋਵੇਂ ਕੋਲਕਾਤਾ ਦੇ ਵਿੱਚ ਫਲਾਣੇ ਪੌਸ਼ ਇਲਾਕੇ ਦੇ ਅਪਾਰਟਮੈਂਟ ਵਿੱਚ ਫਲਾਨੀ ਮੰਜ਼ਿਲ ਤੇ ਲੁਕੇ ਹੋਏ ਨੇ। ਤੇ ਇੱਥੋਂ ਡੀਜੀਪੀ ਸਾਹਿਬ ਨੇ ਫਿਰ ਬੰਗਾਲ ਦੀ ਪੁਲਿਸ ਨੂੰ ਉਹਨਾਂ ਦੇ ਮੁਖੀ ਨੂੰ ਗੱਲ ਕੀਤੀ ਹੈ। ਛੋਟੇ ਪੱਧਰ ਤੇ ਕੋਈ ਗੱਲ ਨਹੀਂ ਕੀਤੀ ਗਈ। ਉਹ ਬੰਗਾਲ ਪੁਲਿਸ ਦੇ ਮੁਖੀ ਨੂੰ ਤੇ ਸਪੈਸ਼ਲ ਟਾਸਕ ਫੋਰਸ STF ਦੇ ਆਗੂ ਨਾਲ ਗੱਲਬਾਤ ਜਦੋਂ ਕੀਤੀ ਗਈ ਤੇ ਫਿਰ ਉਹਨਾਂ ਨੇ ਆਪਰੇਸ਼ਨ ਜਿਹੜਾ ਸੀ ਉਹ ਚਲਾਇਆ। ਉਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਇਹਨਾਂ ਨੂੰ ਫੜਨ ਦਾ ਯਤਨ ਕੀਤਾ ਕਿ ਇਹਨਾਂ ਨੇ ਸਾਡੇ ਉੱਪਰ ਅੱਗੋਂ ਗੋਲੀਆਂ ਚਲਾ ਦਿੱਤੀਆਂ ਤੇ ਮੁਕਾਬਲੇ ਵਿੱਚ ਉਹ ਦੋਵੇਂ ਅਪਾਰਟਮੈਂਟ ਦੇ ਅੰਦਰ ਮਾਰੇ ਗਏ। ਉਸ ਦੀਆਂ ਫੋਟੋ ਜਿਹੜੀਆਂ ਹਨ ਸਾਰਿਆਂ ਨੇ ਵੇਖੀਆਂ ਹੋਣਗੀਆਂ, ਬਹੁਤ ਦਰਦਨਾਕ ਫੋਟੋਆਂ ਨੇ ਔਰ ਜੋ ਮੀਡੀਆ ਵਿੱਚ ਸੋਸ਼ਲ ਮੀਡੀਆ ਤੇ ਜਿਹੜੀਆਂ ਉਹ ਆਈਆਂ। ਹੁਣ ਇਹ ਕਿਵੇਂ ਆਏ? ਜੈਪਾਲ ਭੁੱਲਰ ਤੇ 10 ਲੱਖ ਰੁਪਏ ਦਾ ਨਾਮ ਤੇ ਜਸਪ੍ਰੀਤ ਜੱਸੀ ਦੇ ਉੱਪਰ 5 ਲੱਖ ਰੁਪਏ ਦਾ ਨਾਮ। ਜੈਪਾਲ ਭੁੱਲਰ ਦੀ ਗੱਲ ਹੈ ਕਿ ਉਸ ਦਾ ਇੱਕ ਹੋਰ ਨਾਮ ਵੀ ਹੈ, ਸ਼ਾਇਦ ਉਸ ਨੂੰ ਮਨਜੀਤ ਸਿੰਘ ਵੀ ਆਖਿਆ ਜਾਂਦਾ ਸੀ। ਜੈਪਾਲ ਭੁੱਲਰ ਇੱਕ ਸਾਬਕਾ ਪੁਲਿਸ ਇੰਸਪੈਕਟਰ ਦਾ ਲੜਕਾ ਹੈ ਜੋ ਇਹਨਾਂ ਕੰਮਾਂ ਦੇ ਵਿੱਚ ਆ ਗਿਆ। ਛੋਟੇ-ਮੋਟੇ ਗੈਂਗਸਟਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਹੋਇਆ ਨਸ਼ਿਆਂ ਦੀ ਸਮਗਲਿੰਗ ਦੇ ਵਿੱਚ ਇਸ ਦਾ ਨਾਮ ਵੱਜਣ ਲੱਗ ਪਿਆ ਤੇ 40 ਤੋਂ 50 ਕੇਸ ਉਸ ਦੇ ਖਿਲਾਫ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਪਾਏ ਜਾਂਦੇ ਨੇ। ਇੱਕ ਹੋਰ ਮੈਂ ਦੱਸ ਦੇਵਾਂ, ਇਹ ਬੜੀ ਹੈਰਾਨੀਕੁੰਨ ਜਾਣਕਾਰੀ ਹੈ ਕਿ ਗ੍ਰੇਡ A ਦਾ ਉਸ ਨੂੰ ਗੈਂਗਸਟਰ ਜਿਹੜਾ ਹੈ ਪੰਜਾਬ ਪੁਲਿਸ ਨੇ ਐਲਾਨਿਆ ਹੋਇਆ ਹੈ ਔਰ ਗ੍ਰੇਡ A ਦੇ ਇਸ ਵੇਲੇ ਪੰਜਾਬ ਦੇ ਵਿੱਚ 30 ਤੋਂ 31 ਜਿਹੜੇ ਨੇ ਗੈਂਗਸਟਰ ਹੋਰ ਨੇ, ਇਹਨਾਂ ਤੋਂ ਬਾਅਦ ਵੀ ਬਚਦੇ ਨੇ। ਸੁੱਖਾ ਕਾਲਮਾ ਕਤਲकांड ਜੋ ਹੋਇਆ ਸੀ, ਜੋ ਪੁਲਿਸ ਵਾਲਿਆਂ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਸੁੱਖਾ ਕਾਲਮਾ ਨੂੰ ਤੇ ਪੇਸ਼ੀ ਲਈ ਲੈ ਕੇ ਜਾ ਰਹੇ ਸਨ ਤੇ ਰਸਤੇ ਵਿੱਚ ਉਸ ਦਾ ਕਤਲ ਹੋ ਗਿਆ ਸੀ। ਉਸ ਕਤਲ ਕੇਸ ਦੇ ਵਿੱਚ ਵੀ ਇਸ ਦਾ ਨਾਮ ਆਉਂਦਾ ਸੀ। ਇੱਕ ਰੌਕੀ ਗੈਂਗਸਟਰ ਜਿਹੜਾ ਸੀ ਉਸ ਦਾ ਜਿਹੜਾ ਸੀ ਟਿੰਬਰ ਟ੍ਰੇਲ ਦੇ ਵਿੱਚ ਹਿਮਾਚਲ ਦੇ ਵਿੱਚ ਕਤਲ ਹੋਇਆ ਸੀ, ਉਸ ਕੇਸ ਦੇ ਵਿੱਚ ਵੀ ਇਸੇ ਨੌਜਵਾਨ ਦਾ ਜੈਪਾਲ ਭੁੱਲਰ ਦਾ ਨਾਮ ਆਉਂਦਾ ਸੀ ਔਰ ਉਹਨਾਂ ਉੱਥੇ ਕੇਸ ਦੇ ਵਿੱਚ ਦੱਸਿਆ ਕਿ ਇਸਨੇ ਉਸ ਮੌਕੇ ਦੀਆਂ ਫੋਟੋ ਵੀ ਸੋਸ਼ਲ ਮੀਡੀਆ ਤੇ ਖੁਦ ਅਪਲੋਡ ਕੀਤੀਆਂ ਸਨ। ਵਿੱਕੀ ਗੌਂਡਰ ਦਾ ਵੀ ਇਹ ਸਾਥੀ ਰਿਹਾ। ਇਸ ਤਰ੍ਹਾਂ ਦੇ ਤਾਰਾਂ ਜੁੜੀਆਂ ਹੋਈਆਂ ਨੇ ਆਪਸ ਵਿੱਚ ਸਾਰੀਆਂ। ਪਰ ਸਵਾਲ ਇੱਥੇ ਉੱਠਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਪੰਜਾਬ ਪੁਲਿਸ ਦੀ ਕਾਮਯਾਬੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਇਹਨਾਂ ਨੂੰ ਗੈਂਗਸਟਰਾਂ ਨੂੰ ਮਾਰ ਕੇ ਤੇ ਕਾਮਯਾਬੀ ਹਾਸਲ ਕੀਤੀ ਜਾਂ ਬੰਗਾਲ ਦੀ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਤੇ ਸਾਡੇ DGP ਨੇ ਥੈਂਕ ਯੂ ਵੀ ਉਹਨਾਂ ਦਾ ਕੀਤਾ ਹੈ ਬੰਗਾਲ ਦੀ ਪੁਲਿਸ ਦਾ ਕਿ ਤੁਸੀਂ ਮੌਕੇ ਤੇ ਸਿਰ ਕਾਰਵਾਈ ਕਰਕੇ ਜੋ ਸਾਡੀ ਮਦਦ ਕੀਤੀ। ਉਹਨਾਂ ਦਾ ਇੰਸਪੈਕਟਰ ਵੀ ਕਹਿੰਦੇ ਇੱਕ ਜ਼ਖਮੀ ਹੋਇਆ ਬੰਗਾਲ ਦੇ ਵਿੱਚ STF ਦਾ ਤੇ ਇਹਦੇ ਵਿੱਚ ਉਹਨਾਂ ਦਾ ਥੈਂਕ ਯੂ ਕੀਤਾ ਗਿਆ, ਧੰਨਵਾਦ ਕੀਤਾ ਗਿਆ। ਪਰ ਇਹ ਸਿਸਟਮ ਕਿਹੋ ਜਿਹਾ ਸਿਰਜਿਆ ਗਿਆ ਪੰਜਾਬ ਦੇ ਵਿੱਚ, ਇਸ ਬਾਰੇ ਸਮਾਜਿਕ ਚੇਤਨਤਾ ਦੀ ਲੋੜ ਹੈ ਜਿਸ ਦੇ ਵਿੱਚ ਫੇਰ ਕਿਤੇ ਬੈਠ ਕੇ ਅਸੀਂ ਡਿਸਕਸ਼ਨ ਜ਼ਰੂਰ ਕਰਾਂਗੇ। ਪਰ ਇਹ ਜਾਣਕਾਰੀ ਜਿਹੜੀ ਹੈ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਇਸ ਪਾਸੇ ਵੱਲ ਨੂੰ ਚਲੇ ਜਾਣਾ, ਚੰਗੇ ਘਰਾਂ ਦੇ ਨੌਜਵਾਨ ਨੇ ਕੋਈ ਔਰ ਇਹਨਾਂ ਨੂੰ ਪਤਾ ਵੀ ਹੁੰਦਾ ਕਿ ਸਾਡਾ ਅੰਤ ਕਿਵੇਂ ਹੋਣਾ ਹੈ ਔਰ ਕਿਉਂਕਿ ਇਸ ਲਾਈਨ ਦੇ ਵਿੱਚ ਜਿਹੜਾ ਵਿਅਕਤੀ ਪੈ ਜਾਂਦਾ ਹੈ ਉਹ ਫਿਰ ਪਿੱਛੇ ਮੁੜਨਾ ਔਖਾ ਹੋ ਜਾਂਦਾ ਹੈ। ਸਾਰੀਆਂ ਗੱਲਾਂ ਕੋ ਸਮਾਜਿਕ ਲਹਿਰ ਇਹੋ ਜਿਹੀ ਜਿਹੜੀ ਹੈ ਉਤਪੰਨ ਹੋਵੇ ਤਾਂ ਜੋ ਨੌਜਵਾਨ ਇਸ ਪਾਸੇ ਵੱਲ ਨੂੰ ਜਾਣ। ਆਖਿਰ ਸਾਡੇ ਹੀ ਬੱਚੇ ਨੇ। ਜੀ ਸ਼ਰਮਾ ਜੀ, ਤੁਸੀਂ ਇਸ ਐਨਕਾਊਂਟਰ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਜਿੱਦਾਂ ਕੁਲਦੀਪ ਜੀ ਨੇ ਬੜੀ ਡਿਟੇਲ 'ਚ ਗੱਲ ਦੱਸੀ ਆ, ਗੱਲ ਉਹਨਾਂ ਨੇ ਹੁਣ ਇੱਥੇ ਮੁਕਾਤੀ ਆ ਕਿ ਇਹਦੇ ਬਾਰੇ ਅਸੀਂ ਫਿਰ ਬਹਿਸ ਕਰਾਂਗੇ ਜਾਂ ਫਿਰ ਕਦੇ ਵਿਚਾਰ ਕਰਾਂਗੇ। ਪਰ ਇਹ ਵਿਚਾਰ ਦੇ ਲਈ ਬਹੁਤ ਸਾਰੇ ਲੋਕਾਂ ਦੀ ਸ਼ਮੂਲੀਅਤ ਦੀ ਲੋੜ ਆ। ਪਰਿਵਾਰਾਂ ਨੂੰ ਵੀ ਚਾਹੀਦਾ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ ਤੇ ਇਸ ਗੱਲ ਦੇ ਉੱਤੇ ਥੋੜੀ ਜਿਹੀ ਨਜ਼ਰਸਾਨੀ ਪਹਿਲੇ ਤੋਂ ਕਰਦੇ ਰਹਿਣ ਕਿ ਉਹ ਕੀ ਕਰਦੇ ਨੇ ਤੇ ਕਿੱਥੇ ਜਾਂਦੇ ਨੇ। ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਆ, ਜਿੱਥੇ ਉਹ ਪੜ੍ਹਾਈ ਕਰਦੇ ਨੇ, ਉੱਥੋਂ ਨੂੰ ਵੀ ਇਸ ਚੀਜ਼ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ। ਕਿਹੋ ਜਿਹਾ ਮੀਡੀਆ ਨੂੰ, ਕਿਹੋ ਜਿਹੀਆਂ ਟੈਲੀਵਿਜ਼ਨ ਨੂੰ, ਕਿਹੋ ਜਿਹੀਆਂ ਫਿਲਮਾਂ ਨੂੰ ਇਹ ਬੱਚੇ ਜਿਹੜੇ ਨੇ ਦੇਖਦੇ ਨੇ ਉਹ ਵੀ ਜ਼ਰੂਰੀ ਹੈ। ਉਸ ਤੋਂ ਬਾਅਦ ਸਾਡੇ ਸਮਾਜ ਦਾ ਜਿਹੜਾ ਤਾਣਾ ਬਾਣਾ ਹੈ ਉਹਦੇ ਵਿੱਚ ਇੰਨਾ ਉਲਝਿਆ ਹੋਇਆ ਹੈ ਤੇ ਜਿਹੜੀ ਸਾਡੀ ਲੀਡਰਸ਼ਿਪ ਜਿਹਨੂੰ ਅਸੀਂ ਕਹਿੰਦੇ ਸਾਡੀਆਂ ਸਿਆਸੀ ਧਿਰਾਂ ਦੀ ਜਿਹੜੀ ਇਹਨਾਂ ਦੇ ਉੱਤੇ ਹੱਥ ਆ, ਅਸਲ ਦੇ ਵਿੱਚ ਗੈਂਗਸਟਰ ਉੱਥੋਂ ਬਣਦੇ ਨੇ ਬਾਅਦ ਵਿੱਚ। ਪਹਿਲਾਂ ਇਹ ਗੁੰਡਾਗਰਦੀ ਜ਼ਰੂਰ ਕਰਦੇ ਨੇ ਥੋੜੀ ਬਹੁਤ, ਚਾਹੇ ਕਾਲਜ ਦੀਆਂ ਲੜਾਈਆਂ ਨੇ, ਚਾਹੇ ਕਿਸੇ ਹੋਰ ਮਸਲੇ ਦੇ ਵਿੱਚ ਥੋੜੀ ਬਹੁਤ ਇਹਨਾਂ ਦੀ ਲੜਾਈ ਹੋ ਜਾਂਦੀ ਹੈ। ਪਰ ਜਦੋਂ ਇਹਨਾਂ ਨੂੰ ਅਸਲ ਦੇ ਵਿੱਚ ਆਪਣੇ ਹਲਕੇ ਦੇ MLA ਜਾਂ MP ਤੋਂ ਜਾਂ ਮਿਨਿਸਟਰ ਤੋਂ ਪੁਸ਼ਤ ਪਨਾਹੀ ਮਿਲਦੀ ਆ, ਫਿਰ ਇਹ ਵੱਡੇ ਕੰਮਾਂ 'ਚ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਤਸਕਰੀ ਵੀ ਆ ਤੇ ਕਬਜ਼ੇ ਵੀ ਆ ਤੇ ਲੜਾਈਆਂ ਝਗੜੇ ਵੀ ਆ। ਰੌਕੀ ਦੀ ਜਦੋਂ ਗੱਲ ਇਹਨਾਂ ਨੇ ਦੱਸੀ, ਪਹਿਲਾ ਬੰਦਾ ਉਹਨੇ ਉਹੀ ਮਾਰਿਆ ਸੀ ਤੇ ਉਹਨੇ ਕਿਹਾ ਸੀ ਹੁਣ ਜਿਹੜੀ ਖੇਲ ਆ ਉਹ ਸ਼ੁਰੂ ਹੋਇਆ। ਸੋ ਕਿੰਨੀ ਕੁ ਚੰਗੇ ਘਰ ਦਾ ਬੱਚਾ ਆ। ਇੱਕ ਉਹਦੇ ਫਾਦਰ ਸਾਹਿਬ ਆਪ ਇਸ ਸਿਸਟਮ ਦੇ ਵਿੱਚ ਨੇ ਜਿੱਥੋਂ ਉਹ ਇਹਨਾਂ ਸਾਰੀ ਚੀਜ਼ਾਂ ਨੂੰ ਰੋਕਣ ਆਇਆ, ਉਹ ਪੁਲਿਸ ਇੰਸਪੈਕਟਰ ਆ। ਤੇ ਫਿਰ ਇਸ ਸਭ ਦੇ ਬਾਵਜੂਦ ਵੀ ਜੇ ਸਾਡੀ ਜਿਹੜੀ ਅਗਲੀ ਪੀੜ੍ਹੀ ਆ, ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ, ਉਹ ਇਸ ਪਾਸੇ ਨੂੰ ਜਾ ਰਹੀ ਆ, ਪਰ ਸਰਕਾਰਾਂ ਦਾ ਇਹਦੇ ਲਈ ਬਿਲਕੁਲ ਧਿਆਨ ਨਹੀਂ। ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਜਿਹੜੀ ਇਹ ਗੈਂਗਸਟਰ ਆ ਇਹ ਜਿਹੜੇ ਖਤਮ ਕਰ ਦੇਣੇ ਆ, ਪਰ ਕਿੰਨੇ ਖਤਮ ਕੀਤੇ? 30-31 ਤੇ A ਗ੍ਰੇਡ ਬੈਠੇ ਨੇ। ਫਿਰ ਉਸ ਤੋਂ ਬਾਅਦ ਜਿਹੜੀ ਸਭ ਤੋਂ ਜ਼ਿਆਦਾ ਧਿਆਨ ਮੰਗਦੀ ਹੈ ਗੱਲ ਕੁਲਦੀਪ ਜੀ, ਉਹ ਇਹ ਵੀ ਆ ਕਿ ਇਹਨੂੰ ਤੇ ਮਾਰ ਦਿੱਤਾ ਕਿਉਂਕਿ ਇਹਨੇ 2 ASI ਮਾਰੇ ਸੀ ਜੀ
ਤੇ ਬਾਕੀ 30-31 ਦਾ ਜੇ ਇਹਦੀ ਟਰੇਸ ਕਰਨ ਲਈ ਪੰਜਾਬ ਪੁਲਿਸ ਓਕੂ ਤੇ ਸਾਰੇ ਹਿੰਦੁਸਤਾਨ ਦੀਆਂ ਪੁਲਿਸਾਂ ਨਾਲ ਸਹਿਮਤੀ ਬਣਾ ਸਕਦੀ ਆ ਤੇ ਉੱਥੋਂ ਦੇ ਡੀਜੀਪੀ ਨੂੰ ਜਾਂ ਐਸਟੀਐਫ ਦੇ ਪ੍ਰਮੁੱਖ ਨਾਲ ਡੀਜੀਪੀ ਸਾਹਿਬ ਸਿੱਧੀ ਗੱਲ ਕਰ ਸਕਦੇ ਨੇ। ਤੇ ਜੇ ਪੰਜਾਬ ਪੁਲਿਸ ਚਾਹੇ ਤਾਂ ਉਹਨਾਂ 31 ਨੂੰ ਉਹਨਾਂ 31 ਦਾ ਫੜਨ ਲਈ ਜਾਂ ਐਨਕਾਊਂਟਰ ਕਰਨ ਲਈ ਇਹਨਾਂ ਨੂੰ ਇਹ 31 ਘੰਟਿਆਂ 'ਚ ਵੀ ਕੰਮ ਕਰ ਸਕਦੇ ਨੇ। ਜੀ ਇਹਨਾਂ ਬਾਰੇ ਚੁਟਕਲੇ ਬਣੇ ਹੋਏ ਨੇ ਕਿ ਧਰਮਰਾਜ ਕੋ ਗਏ 4-5 ਦੇਸ਼ਾਂ ਦੇ ਪੁਲਿਸ ਅਧਿਕਾਰੀ ਤੇ ਕੋਈ ਕਹਿੰਦਾ ਮੈਂ 10 ਸਾਲਾਂ 'ਚ ਕੰਮ ਕਰ ਦਿੰਨਾ, ਕੋਈ ਕਹਿੰਦਾ ਮੈਂ 2 ਸਾਲਾਂ 'ਚ ਕਰ ਦਿੰਨਾ, ਤੇ ਅਮਰੀਕਾ ਵਾਲੇ ਕਹਿੰਦੇ ਮੈਂ 1 ਦਿਨ 'ਚ ਕਰ ਦਿੰਨਾ। ਤੇ ਇੱਥੇ ਪੰਜਾਬ ਵਾਲਾ ਫਿਰ ਹੌਸਲਾ ਦਿੰਦਾ, ਕਹਿੰਦਾ ਸਾਨੂੰ ਤੇ ਪਹਿਲਾਂ ਪਤਾ ਹੁੰਦਾ, ਅਸੀਂ ਫੜਦੇ ਨਹੀਂ। ਸੋ ਗੱਲ ਇਹਨਾਂ ਦੀ ਕਾਰਜਕਾਰੀ ਦੇ ਉੱਤੇ ਸਵਾਲ ਉੱਠਦਾ ਜਦੋਂ ਅਸੀਂ ਦਿੱਲੀ ਦੀ ਗੱਲ ਕਰਦੇ ਹਾਂ ਕਿ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਕੋਲ ਆ ਤੇ ਉਹ ਫਿਰ ਲੋਕਲ ਸਟੇਟ ਨਾਲ ਬਣਾ ਕੇ ਨਹੀਂ ਚੱਲਦੀ। ਇੱਥੇ ਤਾਂ ਇਹੋ ਜਿਹਾ ਕੁਝ ਨਹੀਂ ਹੈਗਾ। ਜੇ ਸਰਕਾਰਾਂ ਦਾ ਰਵੱਈਆ ਸਮਾਜ ਦੇ ਵਿੱਚ ਇਸ ਚੀਜ਼ ਨੂੰ ਸਾਫ਼ ਕਰਨ ਦੇ ਉੱਤੇ ਹੋਵੇ, ਜੇ ਇਹ ਚਾਹਣ ਤਾਂ ਗੱਲ ਸਿਰਫ ਇਹਨਾਂ ਦੀ ਨੀਤ ਤੇ ਨੀਤੀ ਦੀ ਆ। ਇਹਨਾਂ ਨੂੰ ਮੋੜਿਆ ਵੀ ਜਾ ਸਕਦਾ, ਇਹਨਾਂ ਨੂੰ ਫੜਿਆ ਵੀ ਜਾ ਸਕਦਾ, ਇਹਨਾਂ ਨੂੰ ਸਮਾਜ ਦੀ ਸਹੀ ਧਾਰਾ 'ਚ ਵੀ ਲਿਆਂਦਾ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਕਿਉਂਕਿ ਇਹ ਬਹੁਤ ਉਮਰ ਦਰਾਜ ਨਹੀਂ ਹੈਗੇ, 30 ਸਾਲ ਤੋਂ ਛੋਟੀ ਉਮਰ ਦੇ ਜ਼ਿਆਦਾਤਰ ਨੇ। ਇਹਨਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਸਮਾਜ ਦੀ ਧਾਰਾ 'ਚ ਲਿਆਂਦਾ ਜਾ ਸਕਦਾ। ਪਰ ਗੱਲ ਜਿਹੜੀ ਆ ਉਹ ਸਾਰਿਆਂ ਦਾ ਧਿਆਨ ਮੰਗਦੀ ਹੈ, ਐਜੂਕੇਸ਼ਨ ਦਾ ਵੀ, ਪਰਿਵਾਰਾਂ ਦਾ ਵੀ, ਤੇ ਸਰਕਾਰਾਂ ਦਾ ਵੀ, ਤੇ ਪੁਲਿਸ ਦਾ ਵੀ। ਜੀ ਸ਼ਰਮਾ ਜੀ, ਕਿਸਾਨ ਜਿਹੜੇ ਨੇ ਇਸ ਵੇਲੇ ਕੇਂਦਰ ਤੋਂ ਖਫਾ ਨੇ, ਪਰ ਸਰਕਾਰ ਨੇ ਥੋੜਾ ਜਿਹਾ ਸ਼ਹਿਦ ਚਟਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ। ਸੁਣਿਆ ਝੋਨੇ ਦਾ ਥੋੜਾ ਜਿਹਾ ਰੇਟ ਵਧਾਤਾ। ਦੇਖੋ, ਇੱਕ ਬਹੁਤ ਪੇਚੀਦਾ ਮਸਲਾ ਆ MSP, ਜਿਹਨੂੰ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ, ਉਹਦੇ 'ਚ ਕੁਝ ਰੁਪਈਏ ਵਧਾ ਦਿੱਤੇ। ਝੋਨੇ ਦਾ ਰੇਟ 1800 ਕੁਛ ਸੀ ਤੇ ਹੁਣ 1900 ਕੁਛ ਕਰ ਦਿੱਤਾ, ਰੁਪਈਏ 72 ਵਧਾਏ ਆ। ਇੱਕ ਸਾਲ ਦੇ ਬਾਅਦ ਇੱਕ ਫਸਲ ਦੇ ਵਿੱਚ 72 ਰੁਪਏ ਵਧਾਤੇ, ਅਸੀਂ ਉਹਦੇ ਸ਼ਲਾਘਾ ਕਰ ਦਿੰਨੇ ਆ ਜਾਂ ਉਹਦੀ ਨਿੰਦਿਆ ਕਰ ਦਈਏ, ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਜਿਹੜਾ ਬੰਦਾ ਇਸ ਵੇਲੇ ਖੇਤ ਵਾਹ ਰਿਹਾ ਨਾ ਜੀ, ਝੋਨੇ ਦੀ ਤਿਆਰੀ ਕਰ ਲਈ, ਉਹ ਦੱਸ ਸਕਦਾ ਇਹ 72 ਰੁਪਏ ਉਹਨੂੰ ਕਿੰਨੇ ਮੈਟਰ ਕਰਦੇ। ਧੁੱਪ 'ਚ ਖਲੋਣ ਦੀ ਕੀਮਤ ਕੀ ਹੈ? ਬਿਲਕੁਲ ਜੀ, ਬਿਲਕੁਲ। ਮੈਂ ਉਹੀ ਗੱਲ ਹੈ ਨਾ ਕਿ ਜਿਹੜਾ ਬੰਦਾ ਇਸ ਵੇਲੇ ਖੇਤੀ ਦੇ ਵਿੱਚ ਲੱਗਾ ਹੋਇਆ 45 45 46 ਡਿਗਰੀ ਟੈਂਪਰੇਚਰ ਦੇ ਵਿੱਚ ਇਸ ਤਾਪਮਾਨ ਤੇ ਉਹ ਕੰਮ ਕਰ ਰਿਹਾ, ਅਸੀਂ ਏਸੀ 'ਚ ਬੈਠ ਕੇ ਗੱਲ ਕਰਦੇ ਹਾਂ, ਸਾਨੂੰ ਫਿਰ ਔਖਾ ਲੱਗਦਾ। ਤੇ ਇਹ ਜਿਹੜਾ MSP ਹੈ ਇਹਦੇ ਤੇ ਬਹੁਤ ਕਮਿਸ਼ਨ ਬਣੇ ਆ, ਬਹੁਤ ਸਾਰੀਆਂ ਗੱਲਾਂ ਹੋਈਆਂ, ਹਰ ਸਾਲ ਰਿਪੋਰਟਾਂ ਆਉਂਦੀਆਂ ਨੇ ਤੇ ਉਹ ਡੱਬਿਆਂ 'ਚ ਬੰਦ ਹੁੰਦੀਆਂ ਨੇ। 6 ਮਹੀਨੇ ਹੋ ਗਏ ਕਿਸਾਨਾਂ ਨੂੰ ਇੱਕ ਜਗ੍ਹਾ ਦੇ ਉੱਤੇ, ਇੱਕ ਦਿੱਲੀ ਜਿਹੜੀ ਸਾਡੀ ਰਾਜਧਾਨੀ, ਉਹਦੇ ਬਾਹਰਲੇ ਪਾਸੇ 3-4 ਵੱਡੀਆਂ ਸੜਕਾਂ ਘੇਰ ਕੇ ਬੈਠਿਆਂ ਨੂੰ ਤੇ ਕੋਈ ਗੱਲ ਨਹੀਂ ਸੁਣਦਾ। ਇਹੀ ਖੇਤੀ ਮੰਤਰੀ ਕਹਿ ਰਿਹਾ ਕਿ ਜੇ ਕਿਸਾਨਾਂ ਨੇ ਇਹਨਾਂ 3 ਬਿੱਲਾਂ ਤੋਂ ਇਲਾਵਾ ਕੋਈ ਗੱਲ ਕਰਨੀ ਆ ਤੇ ਕਰ ਲਓ, ਤੇ ਸਾਡੇ ਨਾਲ ਕਰ ਲਓ। ਉਹ ਜਿਹੜੀ MSP ਤੁਸੀਂ ਜਾਰੀ ਕਰਦੇ ਆ, ਉਹਦੇ ਲਈ ਵੀ ਖੇਤੀ ਵਿਦਵਾਨ ਇਸ ਗੱਲ ਨੂੰ ਬਹੁਤ ਡਿਟੇਲ ਨਾਲ ਦੱਸ ਚੁੱਕੇ ਨੇ ਕਿ ਇਹਨੂੰ ਪ੍ਰਾਈਸ ਇੰਡੈਕਸ ਨਾਲ ਜੋੜਿਆ ਜਾਵੇ। ਇਹ ਗੱਲ ਤੁਹਾਨੂੰ ਜੇ ਯਾਦ ਹੋਵੇ, ਜਦੋਂ ਮਨਮੋਹਨ ਸਿੰਘ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਵੀ ਪਹਿਲਾਂ, ਜਦੋਂ ਪਹਿਲੀ ਵਾਰ ਉਹ ਫਾਈਨਾਂਸ ਮਿਨਿਸਟਰ ਬਣੇ, ਉਦੋਂ ਦਾ ਇਹ ਮੁੱਦਾ ਲੁਧਿਆਣਾ ਯੂਨੀਵਰਸਿਟੀ ਦੇ ਚਾਂਸਲਰ ਸੀ, ਵਾਈਸ ਚਾਂਸਲਰ ਸੀ, ਉਹਨਾਂ ਨਾਲ ਗੱਲਬਾਤ ਹੋਈ। ਉਹ ਕਹਿੰਦੇ ਜੀ 2 ਕੰਮ ਕਰ ਦਿਓ ਜੇ ਤੁਸੀਂ ਖੇਤੀ ਨੂੰ, ਹਿੰਦੁਸਤਾਨ ਦੀ ਨੂੰ ਠੀਕ ਕਰਨਾ। ਇੱਕ ਤਾਂ ਖੇਤੀ ਦੀਆਂ ਜਿਹੜੀਆਂ ਉਪਜਾਂ ਆ ਉਹਨੂੰ ਪ੍ਰਾਈਸ ਇੰਡੈਕਸ ਨਾਲ ਜੋੜ ਦਿਓ, ਜਿੱਦਾਂ ਮਹਿੰਗਾਈ ਵੱਧਦੀ ਹੈ ਇਹਨਾਂ ਦੀ ਪ੍ਰਾਈਸ ਵੀ ਵਧੀ ਜਾਣ। ਬਿਲਕੁਲ। ਜੇ ਤੁਸੀਂ ਡੀਜ਼ਲ ਨੂੰ, ਪੈਟਰੋਲ ਨੂੰ ਜੋੜ ਸਕਦੇ ਆ ਤੇ ਖੇਤੀ ਦੀਆਂ ਉਪਜਾਂ ਨੂੰ ਕਿਉਂ ਨਹੀਂ ਜੋੜ ਸਕਦੇ? ਤੇ ਦੂਸਰਾ, ਖੇਤੀ ਨੂੰ ਇੰਸ਼ੋਰੈਂਸ ਦੇ ਦਿਓ। ਤੇ ਉਹਨਾਂ ਦੋਨਾਂ ਚੀਜ਼ਾਂ ਤੋਂ ਉਦੋਂ ਦੇ ਫਾਈਨਾਂਸ ਮਿਨਿਸਟਰ ਤੇ ਬਾਅਦ ਵਿੱਚ ਬਣੇ ਪ੍ਰਧਾਨ ਮੰਤਰੀ ਨੇ ਹੱਥ ਖੜੇ ਕਰਤੇ ਕਿ ਸੌਖਾ ਕੰਮ ਨਹੀਂ। 2-3 ਪ੍ਰਾਈਸਾਂ ਹੋਰ ਜਿਹੜੀਆਂ ਕੀਮਤਾਂ ਨੇ ਉਹ ਵਧਾਈਆਂ ਨੇ, ਮੂੰਗੀ ਜਾਂ ਮਾਂ ਨੇ ਜਾਂ ਅਰਹਰ ਨੇ, ਦਾਲਾਂ ਦੀਆਂ ਕੀਮਤਾਂ ਕੁਝ ਵਧਾਉਣ ਦੀ ਗੱਲ ਹੋਈ ਆ, ਤੇਲ ਬੀਜਾਂ ਦੀ ਗੱਲ ਵਧਾਉਣ ਦੀ ਹੋਈ ਆ। ਪਰ ਸਵਲੀਨ ਜੀ, ਗੱਲ ਤੇ ਉੱਥੇ ਖੜੀ ਆ ਕਿ ਕੀ ਇਹ ਜਿਹੜੀ MSP ਆ ਇਹ ਮੰਡੀ ਦੇ ਵਿੱਚ ਵੀ ਕਿਤੇ ਲਾਗੂ ਹੁੰਦੀ ਆ? ਬਿਲਕੁਲ। ਸਰੋਂ ਦੀ ਕੀਮਤ ਇਸ ਸਾਲ ਬਹੁਤ ਚੰਗੀ ਮਿਲ ਰਹੀ ਆ, ਪਰ ਜਦੋਂ ਤੁਸੀਂ ਇਹ MSP ਕੁਝ ਦਿਨ ਮਿਲਦੀ ਆ, ਕੁਝ ਦਿਨ ਫਿਰ ਖਤਮ ਹੋ ਜਾਂਦੀ ਆ। ਅੱਜ ਦੀ ਤਰੀਕ ਜੇ ਤੁਸੀਂ ਮੰਡੀ 'ਚ ਕਣਕ ਲੈ ਕੇ ਚੱਲ ਜਾਓ ਤੇ ਕਣਕ ਦੀ ਕੀਮਤ ਭਾਵੇਂ 2700 ਦੇ ਨੇੜੇ ਤੇੜੇ ਹੋਣੀ ਆ, ਪਰ ਜੋ ਇਸ ਵੇਲੇ ਰੇਟ ਮਿਲ ਰਿਹਾ ਉਹ ਹੈਰਾਨੀਜਨਕ ਹੈ। ਸੋ MSP ਜਿਹੜੀ ਆ ਉਹ ਕਾਗਜ਼ਾਂ ਦੇ ਵਿੱਚ ਆ, ਸਿਰਫ ਉਹ ਲਾਗੂ ਕਿਤੇ ਨਹੀਂ ਹੋ ਰਹੀ। ਜੀ ਵਿਚਾਰਨਯੋਗ ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਕੱਲ ਟਿਕੈਤ ਦੀ ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਮਮਤਾ ਬੈਨਰਜੀ ਦੀ ਮੀਟਿੰਗ ਹੋਈ ਹੈ ਤੇ ਉਸ ਮਿਲਣੀ ਦਾ ਅਰਥ ਕੀ ਹੈ? ਬੜੇ ਡੂੰਘੇ ਅਰਥ ਨੇ ਇਹਦੇ ਤੇ। ਇਹ ਕਾਫੀ ਦਿਨਾਂ ਤੱਕ ਇਹ ਮੁੱਦਾ ਵਿਚਾਰਿਆ ਜਾਵੇਗਾ। ਇਸ ਅੰਦੋਲਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜੇ ਅਸੀਂ ਲੰਬੀ ਗੱਲ ਨਾ ਕਰੀਏ ਤੇ ਇਹ ਅੰਦੋਲਨ ਇਸ ਗੱਲ ਤੇ ਟਿਕਿਆ ਹੋਇਆ ਕਿ ਇਸ ਅੰਦੋਲਨ ਨੇ ਹੁਣ ਤੱਕ ਸਾਰੀਆਂ ਸਿਆਸੀ ਧਿਰਾਂ ਨੂੰ ਨਕਾਰ ਕੇ ਰੱਖਿਆ। ਉਹਨਾਂ ਨੇ ਇਹ ਗੱਲ ਸਾਫ਼ ਕਹੀ ਸੀ ਕਿ ਸਾਨੂੰ ਲੋਕਾਂ ਦਾ ਸਾਥ ਚਾਹੀਦਾ, ਪਰ ਲੋਕ ਉਹ ਕਿਸੇ ਵੀ ਸਿਆਸੀ ਝੰਡੇ ਥੱਲੇ ਨਾ ਆਉਣ। ਤੇ ਹੁਣ ਤੱਕ ਦਾ ਉਸ ਅੰਦੋਲਨ ਦਾ ਜਿਹੜਾ ਹੈਗਾ ਰਿਜ਼ਲਟ ਆ, ਹੁਣ ਤੱਕ ਦਾ ਜਿਹੜਾ ਉਹਦਾ ਤਾਣਾ ਬਾਣਾ ਹੈ, ਇਸ ਗੱਲ ਤੇ ਬਣਿਆ ਹੋਇਆ ਕਿ ਉਸ ਸਟੇਜ ਤੋਂ ਕਿਸੇ ਵੀ ਸਿਆਸੀ ਆਗੂ ਨੂੰ ਬੋਲਣ ਨਹੀਂ ਦਿੱਤਾ। ਕਿਸਾਨ ਜਦੋਂ ਅੱਤ ਹੋ ਗਈ, ਤੰਗ ਹੋ ਗਏ, ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਤੇ ਬਿਹਾਰ ਇਲੈਕਸ਼ਨ ਵੱਲ ਸਾਰੇ ਮੁਲਕ ਦਾ ਤੇ ਸਾਰੇ ਦੁਨੀਆ ਦੇ ਨਜ਼ਰਾਂ ਟਿਕ ਗਈਆਂ ਕਿ ਇੱਕ ਵੱਡਾ ਅੰਦੋਲਨ ਆ ਤੇ ਇੱਕ ਵੱਡੀ ਮਹਾਮਾਰੀ ਆ। ਉਹਦੇ ਬਾਵਜੂਦ ਵੀ ਭਾਰਤ ਸਰਕਾਰ ਜਿਹੜੀ ਅੰਦੋਲਨ 'ਚ ਜਾਂ ਮਹਾਮਾਰੀ ਨੂੰ ਨਾ ਧਿਆਨ 'ਚ ਰੱਖ ਕੇ ਸਿਰਫ ਬੰਗਾਲ ਦੀਆਂ ਇਲੈਕਸ਼ਨਸ ਦੇ ਉੱਤੇ ਪੱਬਾਂ ਭਾਰ ਹੋਈ ਪਈ ਸੀ। ਫਿਰ ਇਹਨਾਂ ਕਿਸਾਨਾਂ ਨੇ ਵੀ ਉੱਥੇ ਜਾ ਕੇ ਇਸ ਗੱਲ ਦਾ ਜਿਹੜਾ ਆਪਣਾ
ਔਲਖ ਜਗਾਇਆ, ਇੱਕ ਆਦੇਸ਼ ਦਿੱਤਾ, ਇੱਕ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਬੀਜੇਪੀ ਨੂੰ ਵੋਟ ਨਾ ਕਰੋ। ਉਹਨਾਂ ਨੇ ਸਿੱਧੇ ਕਿਸੇ ਹੋਰ ਨੂੰ ਵੋਟ ਪਾਉਣ ਦੀ ਗੱਲ ਨਹੀਂ ਕੀਤੀ ਸੀ, ਪਰ ਇਹ ਗੱਲ ਕਹੀ ਗਈ ਸੀ ਕਿ ਇਹ ਜਿਹੜੀ ਸਰਕਾਰ ਆ ਕਿਸਾਨ ਵਿਰੋਧੀ ਆ, ਆਮ ਲੋਕਾਂ ਦੇ ਵਿਰੋਧੀ ਆ। ਬਹੁਤ ਸਾਰੀਆਂ ਹੋਰ ਗੱਲਾਂ ਵੀ ਉਹਨਾਂ ਨੇ ਉੱਥੇ ਜਾ ਕੇ ਪ੍ਰਸਾਰੀਆਂ, ਕਿਸਾਨਾਂ ਦੀਆਂ ਕਮੇਟੀਆਂ ਬਣਾਈਆਂ, ਉੱਥੇ ਵੱਡੀਆਂ ਰੈਲੀਆਂ ਵੀ ਕੀਤੀਆਂ ਤੇ ਰੈਲੀਆਂ 'ਚ ਸ਼ਮੂਲੀਅਤ ਵੀ ਕੀਤੀ। ਉਹ ਕਿਸਾਨ ਅੰਦੋਲਨ ਜਦੋਂ ਬੰਗਾਲ ਦੇ ਫਿਰ ਰਿਜ਼ਲਟ ਆਉਂਦੇ ਆ ਤੇ ਕਿਸਾਨਾਂ ਨੂੰ ਇਸ ਗੱਲ ਤੋਂ ਬਲ ਮਿਲਿਆ ਕਿ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਜਿਹੜੀ ਧਿਰ ਸੱਤਾ 'ਚ ਆਈ ਆ ਉਹਨੂੰ ਇਹ ਮਿਲਣ ਗਏ ਆ ਰਾਕੇਸ਼ ਟਕੈਤ ਤੇ ਉਹਨਾਂ ਦੇ ਨਾਲ ਕੁਝ ਹੋਰ ਸਾਥੀ ਨੇ ਤੇ ਉਹਨਾਂ ਤੋਂ ਸਾਥ ਦੀ ਮੰਗ ਕੀਤੀ ਆ ਕਿ ਅੰਦੋਲਨ ਦੇ ਵਿੱਚ ਤੁਸੀਂ ਸ਼ਮੂਲੀਅਤ ਕਰੋ ਤੇ ਸਾਡੇ ਨਾਲ ਇਸ ਸਮੱਸਿਆ ਦੇ ਵਿੱਚ ਸਾਡਾ ਸਾਥ ਦਿਓ। ਹੁਣ ਇਹ ਆਉਣ ਵਾਲੇ ਦਿਨਾਂ ਵਿੱਚ ਗੱਲ ਸਾਹਮਣੇ ਆਊਗੀ ਕਿ ਇਹ ਗੱਲ ਜਿਹੜੀ ਉੱਥੇ ਮਿਲਣ ਗਏ ਆ ਰਾਕੇਸ਼ ਟਕੈਤ ਆਪ ਗਏ ਆ ਜਾਂ ਸੰਯੁਕਤ ਕਿਸਾਨ ਮੋਰਚੇ ਦੀ ਸਾਰੀ ਟੀਮ ਇਹਦੇ 'ਚ ਸ਼ਾਮਲ ਹੈ। ਜੇ ਸਾਰੀ ਟੀਮ ਸ਼ਾਮਲ ਹੈ ਤੇ ਫਿਰ ਆਉਣ ਵਾਲੇ ਦਿਨਾਂ ਵਿੱਚ ਇਹ ਗੱਲ ਚਰਚਾ ਜ਼ਰੂਰ ਛਿੜੇਗੀ ਕਿ ਜੇ ਮਮਤਾ ਬੈਨਰਜੀ ਇਸ ਮੋਰਚੇ ਦੇ ਵਿੱਚ ਆਉਂਦੇ ਆ, ਜਿੱਦਾਂ ਉਹਨਾਂ ਨੇ ਸੱਦਾ ਦਿੱਤਾ ਕਿ ਕੋਵਿਡ ਤੋਂ ਥੋੜਾ ਜਿਹਾ ਜੇ ਪ੍ਰਚਾਰ ਤੋਂ ਕੋਵਿਡ ਦੀ ਰੁਕਾਵਟ ਥੋੜੀ ਜਿਹੀ ਠੀਕ ਹੁੰਦੀ ਆ ਤੇ ਤੁਸੀਂ ਇਸ ਮੋਰਚੇ ਦੇ ਵਿੱਚ ਸਾਡਾ ਸਾਥ ਦਿਓ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਇਹਦੇ ਕੀ ਅਰਥ ਨੇ ਤੇ ਕੀ ਨਹੀਂ। ਮੈਂ ਇਹਦੇ ਬਾਰੇ ਥੋੜਾ ਜਿਹਾ ਜੋੜਨਾ ਚਾਹਾਂਗਾ। ਜੇ ਮਮਤਾ ਬੈਨਰਜੀ ਨੂੰ ਜਿਵੇਂ ਉਹਨਾਂ ਨੇ ਕਿਹਾ ਕਿ ਜੁੜ ਜਾਓ ਸਾਡੇ ਨਾਲ, ਹੁਣ ਸੰਯੁਕਤ ਕਿਸਾਨ ਮੋਰਚੇ ਦਾ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਤਾਂ ਇਹੋ ਹੀ ਪ੍ਰਤੀਕਰਮ ਰਿਹਾ, ਜਿਵੇਂ ਸ਼ਰਮਾ ਜੀ ਨੇ ਦੱਸਿਆ ਕਿ ਕਿਸੇ ਸਿਆਸੀ ਧਿਰ ਨੂੰ ਅਸੀਂ ਸਟੇਜ ਦੇ ਨੇੜੇ ਨਹੀਂ ਆਉਣ ਦੇਣਾ। ਸਾਡੀ ਕੋ ਅੰਦਰ ਬਹਿ ਕੇ ਅੰਦਰ ਖਾਤੇ ਸਪੋਰਟ ਕਰਦਾ ਕਰੀ ਜਾਵੇ ਤੇ ਥੱਲੇ ਬੈਠ ਕੇ ਕਿਸਾਨਾਂ ਦੇ ਵਿੱਚ ਬੈਠ ਕੇ ਜੇ ਕੋਈ ਸਪੋਰਟ ਕਰਨ ਆਉਂਦਾ ਤੇ ਖਰੀ ਵਾਵਾ। ਤੇ ਇੱਥੋਂ ਤੱਕ ਵੀ ਹੋਇਆ ਕਿ ਕੋਈ ਉੱਥੇ ਆਗੂ ਆਏ ਤੇ ਉਹਨਾਂ ਦੀਆਂ ਪੱਗਾਂ ਵੀ ਲਾਤੀਆਂ ਗਈਆਂ ਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਝੱਲਣਾ ਪਿਆ। ਭਾਜਪਾ ਵਾਲੇ ਤਾਂ ਕਿਤੇ ਪਹੁੰਚੇ ਨਾ, ਡਰਦੇ ਅਜੇ ਵੀ ਨਹੀਂ ਕਿਤੇ ਜਾਂਦੇ, ਕਾਰਾਂ ਦੇ ਵਿੱਚੋਂ ਵਾਪਸ ਮੁੜਨਾ ਪੈ ਜਾਂਦਾ। ਹੁਣ 1 ਮਿੰਟ ਲਈ ਮੰਨ ਲਓ ਕਿ ਮਮਤਾ ਬੈਨਰਜੀ ਦਿੱਲੀ ਆਉਂਦੀ ਹੈ, ਗਾਜ਼ੀਪੁਰ ਬਾਰਡਰ ਤੇ ਤਾਂ ਕੋਈ ਸਮੱਸਿਆ ਨਹੀਂ ਜਿੱਥੇ ਰਾਕੇਸ਼ ਟਕੈਤ ਦਾ ਜਮਾਵੜਾ। ਹੁਣ ਕੀ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੀ ਸਟੇਜਾਂ ਤੋਂ ਉਸ ਨੂੰ ਬੋਲਣ ਦੀ ਇਜਾਜ਼ਤ ਹੋਵੇਗੀ? ਜੇ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਤੇ ਇੱਥੇ ਸਾਡਾ ਖੱਬੇ ਪੱਖੀ ਭਾਈਚਾਰਾ ਕਿੰਨਾ ਹੈ, ਟਿਕਰੀ ਬਾਰਡਰ ਤੇ ਵੀ ਉਗਰਾਹਾਂ ਵਾਲੀ ਜਥੇਬੰਦੀ ਹੈ ਤੇ ਇੱਥੇ ਹੋਰ ਕਈ ਸਾਰੇ ਜਿਹੜੇ ਖੱਬੇ ਪੱਖੀ ਸੋਚ ਵਾਲੇ ਸਾਡੇ ਕਿਸਾਨ ਆਗੂ ਨੇ, ਉਹ ਜਦੋਂ ਦੇਖਣਗੇ ਕਿ ਬੰਗਾਲ ਦੇ ਵਿੱਚ ਖੱਬੇ ਪੱਖੀਆਂ ਦਾ ਕੀ ਹਾਲ ਕੀਤਾ ਮਮਤਾ ਬੈਨਰਜੀ ਨੇ ਤੇ ਫਿਰ ਉਹ ਆਉਣ ਦੇਣਗੇ। ਇਹ ਬੜੀ ਇੰਟਰਸਟਿੰਗ ਸਮੀਕਰਨ ਹੈ। ਹਾਲਾਂਕਿ ਇੱਕ ਗੱਲ ਇੱਥੇ ਇਹ ਵੀ ਆਉਂਦੀ ਹੈ ਕਿ ਜਦੋਂ ਕਿਸਾਨ ਆਗੂ ਉੱਥੇ ਗਏ ਨੇ ਤੇ ਇਹਨਾਂ ਨੇ ਇਹ ਗੱਲ ਕਿਸੇ ਨੂੰ ਨਹੀਂ ਆਖੀ ਕਿ ਵੋਟ ਤੁਸੀਂ ਮਮਤਾ ਬੈਨਰਜੀ ਨੂੰ ਪਾਓ, ਬਲਕਿ ਉਹ ਆਖਦੇ ਰਹਿਣ ਕਿ ਭਾਰਤੀ ਜਨਤਾ ਪਾਰਟੀ ਨੂੰ ਨਾ ਪਾਓ। ਤੇ ਉਹ ਜਿਵੇਂ ਹੁਣ ਪੰਜਾਬ ਦੇ ਵਿੱਚ ਕਹਿੰਦੇ ਨੇ ਕਿ ਜਿਵੇਂ ਕਈ ਜਿਹੜੇ ਹਾਰ ਗਏ ਆਗੂ ਨੇ ਪਿਛਲੀਆਂ ਚੋਣਾਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ, ਉਹ ਕਹਿੰਦੇ ਜੀ ਵੀ ਠੀਕ ਹੈ ਵੋਟਾਂ ਸਾਨੂੰ ਨਹੀਂ ਪਾਉਣੀਆਂ ਨਾ ਪਾਓ, ਪਰ ਆਮ ਆਦਮੀ ਪਾਰਟੀ ਨੂੰ ਨਾ ਪਾਓ, ਇਦਾਂ ਵੀ ਫਲਾਣੇ ਨੂੰ ਪਾ ਦਿਓ। ਤੇ ਇਹ ਇੰਟਰਸਟਿੰਗ ਸਿਚੁਏਸ਼ਨ ਬਣੇਗੀ। ਪਰ ਹਾਲ ਦੀ ਘੜੀ ਮਮਤਾ ਬੈਨਰਜੀ ਮੈਨੂੰ ਲੱਗਦਾ ਆਉਣਗੇ ਨਹੀਂ, ਥੋੜੀ ਜਿਹੀ ਉਹ ਟਿਪੀਕਲ ਸਿਚੁਏਸ਼ਨ ਦੇ ਵਿੱਚ ਫਸੇ ਹੋਏ ਨੇ ਕਿਉਂਕਿ ਉੱਥੇ ਕਸ਼ਮਕਸ਼ ਚੱਲ ਰਹੀ ਹੈ ਰਾਜਪਾਲ ਦੇ ਨਾਲ ਤੇ ਹਲੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਬਹੁਤੀ ਵੇਲ ਨਹੀਂ ਦੇ ਰਹੀ ਤੇ ਕਿਸੇ ਨਾ ਕਿਸੇ ਗੱਲ ਦੇ ਵਿੱਚ ਉਲਝਾਈ ਰੱਖਦੀ। ਦੋ ਗੱਲਾਂ ਨੇ ਹੋਰ ਜੀ, ਉਹਨਾਂ ਨੇ ਮਮਤਾ ਬੈਨਰਜੀ ਨੇ ਉੱਥੇ ਇਹਨਾਂ ਦੇ ਨਾਲ ਆਉਣ ਦਾ ਸੱਦਾ ਤੇ ਨਹੀਂ ਬਹੁਤਾ ਪ੍ਰਵਾਨ ਕੀਤਾ ਜਿੱਦਾਂ ਕੁਲਦੀਪ ਜੀ ਨੇ ਦੱਸਿਆ, ਪਰ ਉਹਨਾਂ ਨੇ ਇੱਕ ਗੱਲ ਹੋਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਦੇਸ਼ ਦੀਆਂ ਨਾਨ ਬੀਜੇਪੀ ਜਿੱਥੇ ਸਰਕਾਰਾਂ ਚੱਲ ਰਹੀਆਂ ਉਹਨਾਂ ਸੀਐਮਜ਼ ਨੂੰ ਅਪੀਲ ਕਰਦੀ ਹਾਂ ਕਿ ਸਾਰੇ ਹੀ ਇਸ ਮੋਰਚੇ ਦੇ ਵਿੱਚ ਕਿਸਾਨਾਂ ਦਾ ਸਾਥ ਦਿਓ। ਤੇ ਕਿਤੇ ਨਾ ਇੱਕ ਗੱਲ ਇਹ ਵੀ ਆ ਕੁਲਦੀਪ ਜੀ, ਕਿਸਾਨ ਦੇ ਜਿਹੜੇ ਆਗੂ ਨੇ ਕਿਸਾਨੀ ਧਿਰਾਂ ਦੇ, ਇਹਨਾਂ ਨੂੰ ਇਹ ਵੀ ਲੱਗਦਾ ਕਿ ਜੇ ਬੀਜੇਪੀ ਨੂੰ ਕੋਈ ਬੰਦਾ ਜਵਾਬ ਦੇ ਸਕਿਆ ਜਾਂ ਕੋਈ ਇਹਨਾਂ ਦਾ ਵਿਰੋਧ ਕਰ ਸਕਿਆ ਤੇ ਉਹ ਮਮਤਾ ਬੈਨਰਜੀ। ਇਹ ਗੱਲ ਬਿਲਕੁਲ ਸਹੀ ਹੈ। ਰਾਕੇਸ਼ ਟਕੈਤ ਨੇ ਵੀ ਉਹ ਗੱਲ ਕਹੀ ਹੈ, ਉਹਨਾਂ ਨੇ ਵੀ ਕਿਹਾ ਕਿ ਇਸ ਕਰਕੇ ਭਾਜਪਾ ਵਾਲੇ ਭੂਏ ਚੜੇ ਹੋਏ ਨੇ ਕਿਉਂਕਿ ਵਿਰੋਧੀ ਧਿਰ ਉੱਥੇ ਮੌਜੂਦ ਨਹੀਂ ਹੈ, ਵਿਰੋਧੀ ਧਿਰ ਸਟਰੋਂਗ ਨਹੀਂ ਹੈ। ਇਹ ਉਹਨਾਂ ਨੇ ਬਿਆਨ ਦਿੱਤਾ ਨਾਲ, ਪਰ ਇਹ ਹਾਲਾਤ ਬੜੇ ਇੰਟਰਸਟਿੰਗ ਹੋਣਗੇ ਜਦੋਂ ਇੱਥੇ ਆਉਂਦੇ ਨੇ। ਕੁਲਦੀਪ ਜੀ, ਜੇ ਡੇਰਾ ਸਾਧ ਦੀ ਗੱਲ ਕਰੀਏ, ਰਾਮ ਰਹੀਮ ਦੀ ਗੱਲ ਕਰੀਏ ਤਾਂ ਉਹਨੂੰ ਬੜੀਆਂ ਮੌਜਾਂ ਲੱਗੀਆਂ। ਅੱਜ ਕੱਲ੍ਹ ਪੈਰੋਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਦੋਂ ਵੋਟਾਂ ਦੀ ਗੱਲ ਆਉਂਦੀ ਹੈ ਨਾ ਜੀ, ਤਾਂ ਵੱਡੇ ਵੱਡੇ ਗੁਨਾਹ ਛੁਪ ਜਾਂਦੇ ਨੇ ਉਸ ਵਿਅਕਤੀ ਦੇ ਜਿਹਦੇ ਪਿੱਛੇ ਇੰਨੀਆਂ ਵੋਟਾਂ ਹੋਣ। ਹੁਣ ਭੁੱਲ ਗਿਆ ਸਾਰਿਆਂ ਨੂੰ ਕਿ ਕਿਵੇਂ ਉਸ ਨੂੰ 2017 ਦੇ ਵਿੱਚ ਜਦੋਂ ਸੀਬੀਆਈ ਦੀ ਅਦਾਲਤ ਨੇ ਸਜ਼ਾ ਸੁਣਾਈ ਤੇ ਕਿਵੇਂ ਉੱਥੇ ਦੰਗੇ ਫਸਾਦ ਹੋਏ ਤੇ ਕਿੰਨੇ ਲੋਕ ਮਾਰੇ ਗਏ, ਕੋਈ ਹਿਸਾਬ ਕਿਤਾਬ ਨਹੀਂ। ਲਾਸ਼ਾਂ ਚੁੱਕਣ ਨਹੀਂ ਆਇਆ ਕੋਈ, ਕਿੰਨਾ ਜਾਨ ਤੇ ਮਾਲ ਦਾ ਨੁਕਸਾਨ ਹੋਇਆ ਕੋਈ ਅੰਦਾਜ਼ਾ ਅਜੇ ਤੱਕ ਲੱਗ ਨਹੀਂ ਸਕਿਆ ਪੰਚਕੂਲਾ ਦੇ ਵਿੱਚ। ਹੁਣ ਉਸ ਕੇਸ ਦੇ ਵਿੱਚ ਇਹ ਅੰਦਰ ਹੈ, ਰੇਪ ਦੇ ਕੇਸ ਦੇ ਵਿੱਚ ਬਾਬਾ ਸਜ਼ਾ ਭੁਗਤ ਰਿਹਾ ਸੀ ਤੇ ਇੱਕ ਕੇਸ ਜਿਹੜਾ ਇਸ ਤੇ ਹੋਰ ਪੁਰਾਣਾ ਸੀ ਉਹ ਬਹੁਤ ਦੇਰ ਪਹਿਲਾਂ ਉਜਾਗਰ ਹੋ ਗਿਆ। 2002 ਦੇ ਵਿੱਚ ਇੱਕ ਬਹੁਤ ਵਧੀਆ ਪੱਤਰਕਾਰ ਮੰਨਿਆ ਗਿਆ, ਉਸਨੇ ਇੱਕ ਪੂਰਾ ਸੱਚ ਨਾਂ ਦਾ ਇੱਕ ਮੈਗਜ਼ੀਨ ਜਿਹੜਾ ਸੀ ਪੱਤਰਕਾਰ ਉਥੋਂ ਸਿਰਸੇ ਦੇ ਵਿੱਚੋਂ ਛਾਪਦਾ ਸੀ, ਰਾਮਚੰਦਰ ਛਤਰਪਤੀ ਉਸਦਾ ਨਾਮ ਹੈ ਜੀ। ਰਾਮਚੰਦਰ ਛਤਰਪਤੀ ਇੱਕ ਚਿੱਠੀ ਛਾਪਦਾ ਆਪਣੀ ਅਖਬਾਰ ਦੇ ਵਿੱਚ, ਜਿਸ ਦੇ ਵਿੱਚ ਇੱਕ ਅਨੋਨਿਮਸ ਚਿੱਠੀ ਉਸ ਨੂੰ ਆਉਂਦੀ ਹੈ ਜਿਸ ਦੇ ਵਿੱਚ ਲਿਖਿਆ ਗਿਆ ਕਿ ਡੇਰਾ ਮੁਖੀ ਆਪਣੇ ਡੇਰੇ ਦੇ ਅੰਦਰ ਔਰਤਾਂ ਦਾ ਸ਼ੋਸ਼ਣ ਕਰਦਾ ਹੈ ਤੇ ਫਲਾਨੀਆਂ ਸਮਾਜਿਕ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ। ਉਹ ਚਿੱਠੀ ਉਸਨੇ ਆਪਣੇ ਰਸਾਲੇ ਦੇ ਵਿੱਚ ਛਾਪ ਦਿੱਤੀ ਹੈ। ਥੋੜੇ ਦਿਨਾਂ ਬਾਅਦ ਜਦੋਂ ਆਪਣੇ ਘਰ ਦੇ ਬਾਹਰ ਖੜਾ ਸੀ
ਦੋ ਮੋਟਰਸਾਈਕਲ ਸਵਾਰ ਆਉਂਦੇ ਨੇ ਤੇ ਪੁਆਇੰਟ ਬਲੈਂਕ ਰੇਂਜ ਤੇ ਉਸ ਨੂੰ ਗੋਲੀ ਮਾਰ ਦਿੰਦੇ ਨੇ, ਲਾਗਿਓ ਮਾਰ ਦਿੰਦੇ ਨੇ। ਕਈ ਦਿਨ ਜ਼ਿੰਦਗੀ ਦੀ ਜਦੋਜਹਿਦ ਨਾਲ ਜੂਝਦਾ ਹੋਇਆ ਰਾਮਚੰਦਰ ਛਤਰਪਤੀ ਅਖੀਰ ਉਸ ਹਸਪਤਾਲ ਦੇ ਵਿੱਚ ਸਵਾਸ ਦੇ ਜਾਂਦਾ ਹੈ, ਪਰ ਉਸ ਦੇ ਕੇਸ ਦੀ ਕੋਈ ਮੌਕੇ ਦੇ ਕੋਈ FIR ਵੀ ਦਰਜ ਨਹੀਂ ਹੁੰਦੀ, ਛੋਟੀ ਮੋਟੀ ਹੁੰਦੀ ਹੈ। ਜਿਨ੍ਹਾਂ ਮੁਲਜ਼ਮਾਂ ਦੀ ਸ਼ਨਾਖਤ ਵੀ ਹੋਈ ਹੈ, ਜਿਨ੍ਹਾਂ ਤੇ ਸ਼ੱਕ ਸੀ, ਉਹਨਾਂ ਬਾਰੇ ਕੋਈ ਪੈਰਵਾਈ ਨਹੀਂ ਕੀਤੀ ਗਈ। ਅਖੀਰ ਕੇਸ ਜੂੰ ਦੀ ਚੱਲ ਰੇਂਗਦਾ ਹੋਇਆ ਤੁਰਦਾ ਹੋਇਆ CBI ਦੇ ਕੋਲ ਪਹੁੰਚਿਆ ਤੇ CBI ਨੇ ਜਦੋਂ ਇਸ ਦੀ ਪਕੜ ਕੀਤੀ ਤੇ ਫਿਰ ਉਸ ਦਾ ਬੇਟਾ ਹੈ ਅੰਸ਼ੁਲ ਛਤਰਪਤੀ। ਅੰਸ਼ੁਲ ਛਤਰਪਤੀ ਉਹ ਮੈਗਜ਼ੀਨ ਵੀ ਹੋਈ ਚਲਾਉਂਦਾ ਹੈ, ਪੱਤਰਕਾਰ, ਤੇ ਉਸਨੇ ਜਦੋਂ ਫਿਰ ਪੈਰਵਾਈ ਕੀਤੀ ਤੇ ਵੱਡੇ ਵੱਡੇ ਲੋਕ ਜੁੜ ਗਏ ਤੇ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਇਹ ਖਬਰਾਂ ਬਾਬੇ ਦੇ ਖਿਲਾਫ ਛਪੀਆਂ ਤੇ ਬਾਬੇ ਦੇ ਸਾਬਕਾ ਡਰਾਈਵਰ ਨੇ ਇਸ ਗੱਲ ਦੀ ਨਿਸ਼ਾਨਦੇਹੀ ਕੀਤੀ ਕਿ ਕੁਲਦੀਪ ਸਿੰਘ ਨਾਮ ਦਾ ਇੱਕ ਵਿਅਕਤੀ ਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ, ਇਹ ਦੋ ਵਿਅਕਤੀ ਸਨ ਜਿਨ੍ਹਾਂ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਮਚੰਦਰ ਛਤਰਪਤੀ ਤੇ ਗੋਲੀਆਂ ਵਰਸਾਈਆਂ ਤੇ ਉਸ ਦੀ ਮੌਤ ਹੋ ਗਈ। ਹੁਣ ਰਾਮਚੰਦਰ ਛਤਰਪਤੀ ਦੀ ਮੌਤ ਤੋਂ ਬਾਅਦ ਇਹ ਦੋਵੇਂ ਵਿਅਕਤੀ ਖੁੱਲੇ ਫਿਰ ਰਹੇ ਸਨ, ਫਿਰ ਇਹਨਾਂ ਦੀ ਗ੍ਰਿਫਤਾਰੀ ਹੋਣੀ ਸ਼ੁਰੂ ਹੋਈ। ਫਿਰ ਇਹ ਡੇਰੇ ਦੇ ਹੀ ਬੰਦੇ ਨੇ, ਇੱਕ ਡੇਰੇ ਦੇ ਸਾਬਕਾ ਇੱਕ ਹੋਰ ਜਿਹੜਾ ਉੱਥੇ ਦਾ ਅੰਦਰਲਾ ਵਿਅਕਤੀ ਸੀ, ਉਸ ਦੀ ਵੀ ਗ੍ਰਿਫਤਾਰੀ ਹੁੰਦੀ ਹੈ। ਪਰ ਡੇਰਾ ਇਸ ਮਾਮਲੇ ਤੇ ਆਪਣੀ ਪਕੜ ਜਿਹੜੀ ਹੈ ਪੂਰੀ ਤਰ੍ਹਾਂ ਮਜ਼ਬੂਤ ਰੱਖਦਾ ਹੈ। ਇਹ ਉਦੋਂ ਤੱਕ ਮਜ਼ਬੂਤ ਰੱਖਦਾ ਹੈ 2017 ਤੱਕ, ਜਦੋਂ ਤੱਕ ਬਾਬੇ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਸਜ਼ਾ ਨਹੀਂ ਹੋ ਜਾਂਦੀ ਤੇ ਬਾਬਾ ਸੁਨਾਰੀਆ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਪਹੁੰਚ ਜਾਂਦਾ। ਡੇਰੇ ਵਾਲੇ ਤੇ ਉਦੋਂ ਤੱਕ ਐਕਟਿਵ ਰਹਿੰਦੇ ਨੇ ਤੇ ਡੇਰੇ ਵਾਲੇ ਤੇ ਤੁਹਾਨੂੰ ਯਾਦ ਹੋਵੇਗਾ ਜਿਸ ਦਿਨ ਉਸ ਨੂੰ ਦੋਸ਼ੀ ਠਹਿਰਾਇਆ ਗਿਆ, ਸਜ਼ਾ ਤੇ ਬਾਅਦ ਵਿੱਚ ਸੁਣਾਈ ਗਈ ਹੈ ਕੁਝ ਦਿਨ ਬਾਅਦ ਵਿੱਚ, ਦੋਸ਼ੀ ਜਿਸ ਦਿਨ ਠਹਿਰਾਇਆ ਗਿਆ ਉਸ ਦਿਨ ਡੇਰੇ ਵਾਲੇ ਜਿਹੜੇ ਉਹਨਾਂ ਦੇ ਕੁਝ ਪ੍ਰਬੰਧਕ ਨੇ ਉਹ ਵੱਖਰੇ ਵੱਖਰੇ ਬਿਆਨ ਦਿੰਦੇ ਸਨ ਮੀਡੀਆ ਦੇ ਵਿੱਚ। ਹਨੀਪ੍ਰੀਤ ਵੀ ਬਿਆਨ ਦਿੰਦੀ ਸੀ ਤੇ ਹੋਰ ਉਹਨਾਂ ਦੇ ਕਈ ਅਧਿਕਾਰੀ ਜਿਹੜੇ ਸੀ ਉਹ ਕਹਿੰਦੇ ਬੜੀ ਬੜੀਆਂ ਗੱਲਾਂ ਕਰਦੇ ਸੀ ਮੀਡੀਆ ਦੇ ਸਾਹਮਣੇ ਤੇ ਮੀਡੀਆ ਵੀ ਦਿਖਾਉਂਦਾ ਸੀ। ਪਰ ਉਹ ਜਦੋਂ ਫਿਰ ਬਾਬੇ ਨੂੰ ਸਜ਼ਾ ਹੋ ਗਈ, ਇੰਨੇ ਲੋਕ ਮਾਰੇ ਗਏ ਤੇ ਸਾਰਿਆਂ ਲੋਕਾਂ ਨੇ ਥੂ ਥੂ ਕੀਤੀ ਤੇ ਫਿਰ ਉਹ ਸਾਰੇ ਡੇਰੇ ਵਾਲੇ ਚੁੱਪ ਹੋ ਗਏ, ਇੱਥੋਂ ਤੱਕ ਕਿ ਡੇਰਾ ਖਾਲੀ ਕਰਵਾਉਣ ਤੱਕ ਦੀ ਨੌਬਤ ਵੀ ਆਈ। ਹੌਲੀ ਹੌਲੀ ਡੇਰੇ ਵਾਲੇ ਰਿਐਕਟਿਵ ਹੁੰਦੇ ਗਏ। 2019 ਦੇ ਵਿੱਚ ਫਿਰ ਰਾਮਚੰਦਰ ਛਤਰਪਤੀ ਕੇਸ ਦੀ ਸੁਣਵਾਈ ਜਿਹੜੀ ਹੈ ਉਸ ਦੇ ਵਿੱਚ ਉਹ ਦੋ ਵਿਅਕਤੀ ਜੇਲ੍ਹ ਦੇ ਵਿੱਚੋਂ, ਅੰਬਾਲਾ ਜੇਲ੍ਹ ਦੇ ਵਿੱਚੋਂ ਵੀਡੀਓ ਕਾਨਫਰੰਸ ਨਾਲ ਸ਼ਾਮਲ ਹੁੰਦੇ ਨੇ ਤੇ ਬਾਬਾ ਸੁਨਾਰੀਆ ਜੇਲ੍ਹ ਦੇ ਵਿੱਚੋਂ ਸ਼ਾਮਲ ਹੁੰਦਾ ਹੈ। ਉਸੇ ਕੇਸ ਦੇ ਵਿੱਚ ਬਾਬੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ, ਜਦ ਕਿ ਉਹਨਾਂ ਦੇ ਵਕੀਲ ਵੱਲੋਂ, ਰਾਮਚੰਦਰ ਛਤਰਪਤੀ ਦੇ ਵਕੀਲ ਵੱਲੋਂ ਜਿਹੜੀ ਹੈ ਉਹ ਇਸ ਵਿੱਚ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਕੈਪੀਟਲ ਪਨਿਸ਼ਮੈਂਟ ਦੀ। ਫਿਰ ਵੀ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ, ਦੋ ਵਿਅਕਤੀਆਂ ਨੂੰ ਵੀ, ਤੇ ਬਾਬੇ ਨੂੰ ਵੀ ਉਸ ਕਤਲ ਕੇਸ ਦੀ, ਉਸ ਕਤਲ ਦੇ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਕਰਕੇ ਸਜ਼ਾ ਸੁਣਾਈ ਗਈ। ਅੱਜ ਉਸ ਦਾ ਲੜਕਾ ਫਿਰ ਬੋਲਿਆ, ਅੰਸ਼ੁਲ ਛਤਰਪਤੀ, ਬੋਲਦਾ ਬਹੁਤ ਸੋਹਣਾ, ਪੰਜਾਬੀ ਵੀ ਬਹੁਤ ਸੋਹਣੀ ਬੋਲਦਾ। ਉਹ ਕਹਿੰਦਾ ਹੈ ਕਿ ਬਾਬੇ ਨੂੰ ਇੱਕ ਵਾਰ ਫਿਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤੇ ਕੌਣ ਦੇ ਰਿਹਾ? ਇਹ ਹਰਿਆਣਾ ਸਰਕਾਰ ਕਿਉਂ ਦੇ ਰਹੀ ਹੈ? ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਗੱਲ ਕੀਤੀ ਸੀ ਕਿ ਕੇਂਦਰ ਸਰਕਾਰ ਹੈ, ਇੱਕ ਕਿਸਮ ਦੀ ਕੇਂਦਰ ਸਰਕਾਰ ਹੀ ਹੈ, ਪਰ ਇਸ ਵੇਲੇ ਉਹਨਾਂ ਨੇ ਮੋਹਰਾ ਹਰਿਆਣਾ ਸਰਕਾਰ ਨੂੰ ਬਣਾਇਆ ਹੋਇਆ। ਰਣਜੀਤ ਚੌਟਾਲਾ ਨਾਂ ਦਾ ਇੱਕ ਮੰਤਰੀ ਹੈ, ਜੇਲ੍ਹ ਮੰਤਰੀ ਹੈ ਹਰਿਆਣਾ ਦੇ ਵਿੱਚ। ਉਹ ਕਹਿੰਦਾ ਕਿ ਜੇ ਬਾਬੇ ਨੂੰ ਹਨੀਪ੍ਰੀਤ ਜਾਂ ਹੋਰ ਕਿਸੇ ਨੂੰ ਦੇ ਨਾਲ ਮਿਲਣ ਦਿੱਤਾ ਜਾਂਦਾ ਤੇ ਮੈਨੂੰ ਤੇ ਇਸ ਗੱਲ ਵਿੱਚ ਕੋਈ ਗਲਤ ਗੱਲ ਨਹੀਂ ਲੱਗਦੀ। ਅਸੀਂ ਕਈ ਵਾਰੀ ਕੈਦੀਆਂ ਨੂੰ ਇਸ ਤਰ੍ਹਾਂ ਦੀਆਂ ਇਜਾਜ਼ਤਾਂ ਦਿੰਦੇ ਆ। ਭਾਈ ਰਾਮ ਰਹੀਮ ਛੋਟਾ ਮੋਟਾ ਕੈਦੀ ਨਹੀਂ, ਸੰਗੀਨ ਜੁਰਮਾਂ ਦੇ ਤਹਿਤ ਉਹ ਸਜ਼ਾ ਭੋਗ ਰਿਹਾ ਹੈ। ਤੇ ਦੂਸਰੀ ਗੱਲ, ਉਸ ਦਾ ਇੰਪੈਕਟ ਇੰਨਾ ਹੈ ਕਿ ਇੰਨੇ ਲੋਕ ਉੱਥੇ ਪੰਚਕੂਲਾ ਦੇ ਵਿੱਚ ਮਰ ਗਏ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ? ਕਿ ਬਾਬਾ ਉਹਨਾਂ ਦਾ ਜ਼ਿੰਮੇਵਾਰ ਨਹੀਂ? ਕਿ ਉਹ ਬਾਬੇ ਦੇ ਪੈਰੋਕਾਰ ਨਹੀਂ ਸਨ ਜਿਹੜੇ ਉੱਥੇ ਪੁਲਿਸ ਨਾਲ ਝਗੜਾ ਕਰਨ ਵਾਸਤੇ ਤੇ ਅੱਗਾਂ ਲਾਉਣ ਵਾਸਤੇ ਤੇ ਨੁਕਸਾਨ ਕਰਨ ਵਾਸਤੇ ਪਹੁੰਚ ਗਏ? ਅੱਜ ਕਿਸਾਨਾਂ ਨੂੰ ਤੇ ਉਸ ਗੱਲ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਤੇ ਦੇਸ਼ ਧਰੋਹੀ ਆਖਿਆ ਜਾ ਰਿਹਾ, ਜਿੱਥੇ ਇੱਕ ਵਿਅਕਤੀ ਦੀ ਵੀ ਜਾਨ ਨਹੀਂ ਗਈ। ਤੇ ਉੱਥੇ ਕੀ ਹੋਇਆ ਸੀ ਪੰਚਕੂਲੇ ਦੇ ਵਿੱਚ? ਇਹ ਸਾਰੀਆਂ ਗੱਲਾਂ ਸਰਕਾਰ ਇਸ ਦੇ ਵਿੱਚ ਸ਼ਾਮਲ ਹੋ ਰਹੀ ਹੈ। ਬਾਬੇ ਨੂੰ ਛੁੱਟੀਆਂ ਜਿਹੜੀਆਂ ਨੇ ਹੌਲੀ ਹੌਲੀ ਦਿੱਤੀਆਂ ਜਾ ਰਹੀਆਂ ਨੇ। ਤੇ ਉਸ ਅੰਸ਼ੁਲ ਛਤਰਪਤੀ ਨੇ ਗੱਲ ਕੀਤੀ ਹੈ, ਨੌਜਵਾਨ ਨੇ, ਉਹ ਕਹਿੰਦਾ ਕਿ ਬਾਬੇ ਦੀ CCTV ਫੁਟੇਜ ਇਸ ਦੇ ਇਲਾਜ ਦੀ ਜਿਹੜੀ ਹੈ ਜਾਰੀ ਕੀਤੀ ਜਾਵੇ ਤੇ ਇਸ ਦੀ ਰਿਪੋਰਟ ਜਨਤਕ ਕੀਤੀ ਜਾਵੇ ਕਿ ਬਾਬੇ ਨੂੰ ਕਿਹੜੀ ਕਿਹੜੀ ਬਿਮਾਰੀ ਹੈ ਤੇ ਸਾਨੂੰ ਦੱਸੀ ਜਾਵੇ ਤੇ ਉਹਦਾ ਕੀ ਇਲਾਜ ਹੋ ਰਿਹਾ ਉਹ ਵੀ ਸਾਨੂੰ ਦੱਸਿਆ ਜਾਵੇ। ਉਹ ਕਹਿੰਦਾ ਇਹਨੂੰ ਬਾਹਰ ਕੱਢਣ ਲਈ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ। ਗਰਾਊਂਡ ਤਿਆਰ ਕੀਤੀ ਜਾ ਰਹੀ ਹੈ, ਬਿਲਕੁਲ। ਮੈਂ ਇਸੇ ਤਿਆਰ ਹਾਂ ਬਾਉ ਕਿ ਬਾਬੇ ਨੂੰ ਹੁਣ ਖੁੱਲੀਆਂ ਛੁੱਟੀਆਂ, ਲੰਬੀਆਂ ਛੁੱਟੀਆਂ ਤੇ ਭੇਜਣ ਦੀ ਤਿਆਰੀ ਸਰਕਾਰ ਕਰ ਰਹੀ ਹੈ ਤਾਂ ਕਿ ਬਾਬੇ ਦੇ ਪੈਰੋਕਾਰਾਂ ਨੂੰ ਖੁਸ਼ ਕਰਕੇ ਤੇ ਅਗਲੀਆਂ ਵੋਟਾਂ ਜਾਂ ਜਿਹੜੀਆਂ ਵੀ ਆਉਂਦੀਆਂ ਨੇ ਉੱਥੇ ਕੁਝ ਸੌਫਟ ਕਾਰਨਰ ਜਿਹੜਾ ਹਾਸਲ ਕੀਤਾ ਜਾਵੇ। ਹੁਣ ਬਾਬੇ ਦੇ ਪੈਰੋਕਾਰ ਕੀ ਕਰਦੇ ਨੇ? ਉਹ ਦੁਬਾਰਾ ਐਕਟਿਵ ਹੋ ਗਏ ਨੇ, ਦੁਬਾਰਾ ਡੇਰੇ ਵੱਲੋਂ ਬਿਆਨ ਜਾਰੀ ਕੀਤੇ ਜਾ ਰਹੇ ਨੇ। ਜਿਹੜਾ ਡੇਰਾ ਇੰਨੇ ਸਾਲ ਚੁੱਪ ਰਿਹਾ ਉਸ ਵੱਲੋਂ ਇਹ ਆਖਿਆ ਜਾ ਰਿਹਾ ਹੁਣ ਕਿ ਦੇਖੋ ਜੀ, ਇਹ ਕੁਝ ਮੀਡੀਆ ਦੇ ਗਰੁੱਪ ਸਾਨੂੰ ਬਦਨਾਮ ਕਰ ਰਹੇ ਨੇ ਤੇ ਬਾਬੇ ਤੇ ਖਾਮਖਾ ਛਿੱਟੇ ਸੁੱਟ ਰਹੇ ਨੇ। ਇਹੋ ਜੀ ਕੋਈ ਗੱਲ ਨਹੀਂ ਹੈ, ਬਾਬਾ ਜੀ ਸੱਚੀ ਮੁੱਚੀ ਬਿਮਾਰ ਨੇ, ਕਰੋਨਾ ਪੋਜ਼ਿਟਿਵ ਅੱਜ ਨੇ ਤੇ ਕੱਲ ਨੂੰ ਨੈਗੇਟਿਵ ਹੋ ਜਾਂਦੇ ਨੇ। ਕਦੀ ਉਹਨਾਂ ਦੇ ਅੰਤੜੀਆਂ ਵਿੱਚ ਸੋਜਿਸ਼ ਹੈ, ਕਦੀ ਉਹਨਾਂ ਨੂੰ ਬੁਖਾਰ ਹੁੰਦਾ ਹੈ, ਕਦੀ ਉਹਨਾਂ ਨੂੰ ਉਲਟੀਆਂ ਆਉਂਦੀਆਂ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਹੁਣ ਨਿਕਲ ਕੇ ਆ ਰਹੀਆਂ ਨੇ। ਜੇ ਆਮ ਕੈਦੀਆਂ ਦੀ ਤਰ੍ਹਾਂ ਉਹਨਾਂ ਨਾਲ ਵਿਹਾਰ ਕੀਤਾ ਜਾਵੇ ਤਾਂ ਉਸ ਨੂੰ ਫਾਰਮ ਹਾਊਸ ਤੇ ਨਾ ਲੈ ਕੇ ਜਾਂਦੇ ਆਪਣੀ ਮਾਂ ਨਾਲ ਮਿਲਾਉਣ ਲਈ। ਜੇਲ੍ਹ ਦੇ ਵਿੱਚ ਉਸ ਦੀ ਮਾਂ ਆ ਸਕਦੀ ਸੀ ਤੇ ਫਾਰਮ ਹਾਊਸਾਂ ਤੇ ਨਹੀਂ ਤੇ ਨਾ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਕਿਉਂ ਨਹੀਂ ਸਰਕਾਰੀ ਤੰਤਰ ਉਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਜਾਂਦਾ? ਉੱਥੇ ਲੈ ਕੇ ਜਾਣਾ ਚਾਹੀਦਾ। ਵੋਟਾਂ ਦਾ ਝੋਲ ਹੈ ਤਾਂ ਹੀ ਰਾਤੋਂ ਰਾਤ ਬਿਮਾਰੀਆਂ ਬਦਲ ਜਾਂਦੀਆਂ ਬਾਬੇ ਦੀਆਂ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ।
ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਤੁਹਾਡੇ ਤੋਂ ਸ਼ੁਰੂ ਕਰ ਲੈਣੀ ਆ। ਪੰਜਾਬ ਕਾਂਗਰਸ ਇਸ ਵੇਲੇ ਕਿਹੜੀ ਬਿਮਾਰੀ ਤੋਂ ਗ੍ਰਸਤ ਹੈ? ਇਹ ਬਹੁਤ ਗੰਭੀਰ ਬਿਮਾਰੀ ਹੈ। ਜਿਹੜੀ ਪਾਰਟੀ ਜਿਸ ਦੀ ਕੇਂਦਰੀ ਹਾਈ ਕਮਾਂਡ ਕਮਜ਼ੋਰ ਇੰਨੀ ਹੋਵੇ, ਉੱਥੇ ਇਹੋ ਕੁਝ ਹੀ ਹੋਣਾ। ਮੈਂ ਨਹੀਂ ਕਹਿੰਦਾ ਕਿ ਤਾਨਾਸ਼ਾਹੀ ਦੇ ਨਿਯਮਾਂ ਤਹਿਤ ਕਿਸੇ ਨੂੰ ਬੋਲਣ ਦੀ ਆਗਿਆ ਨਾ ਦਿੱਤੀ ਜਾਵੇ। ਫਿਰ ਉਹੀ ਕੈਲਕੂਲੇਸ਼ਨਾਂ ਚੱਲ ਰਹੀਆਂ ਨੇ ਕਿ ਨਵਜੋਤ ਸਿੱਧੂ ਉਪ ਮੁੱਖ ਮੰਤਰੀ ਤੇ ਜਾਂ ਉਹਦੇ ਨਾਲ ਇੱਕ ਹੋਰ ਮੁੱਖ ਮੰਤਰੀ, ਦਲਿਤ ਆਗੂ ਮੁੱਖ ਮੰਤਰੀ ਤੇ ਸਿੱਖ ਚਿਹਰੇ ਨੂੰ ਕਾਂਗਰਸ ਦਾ ਪ੍ਰਧਾਨ, ਗੈਰ ਸਿੱਖ ਚਿਹਰਾ ਆਊਗਾ ਅੱਗੇ, ਟੋਪੀਆਂ ਬਦਲਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਮੈਂ ਗੱਲ ਨੂੰ ਬਹੁਤ ਸ਼ਾਰਟ ਦੇ ਵਿੱਚ ਰੱਖਾਂਗਾ। ਅੱਗੇ ਬਹੁਤ ਵਾਰੀ ਗੱਲ ਇਹਦੀ ਹੋ ਚੁੱਕੀ ਹੈ ਤੇ ਕਰਦੇ ਵੀ ਰਵਾਂਗੇ। ਇਹ ਸਾਰੀਆਂ ਕਿਆਸ ਰਹੀਆਂ ਨੇ। ਖੜਗੇ ਸਾਹਿਬ ਨੇ ਕਹਿੰਦੇ ਕਿ ਰਿਪੋਰਟ ਦੇ ਦਿੱਤੀ ਹੈ ਤੇ ਰਿਪੋਰਟ ਦੇ ਵਿੱਚ ਕੀ ਹੈ ਅਜੇ ਤੱਕ ਕੁਝ ਪਤਾ ਨਹੀਂ, ਪਰ ਗੰਭੀਰ ਗੱਲਾਂ ਹੋਈਆਂ ਨੇ। ਉਹ ਗੰਭੀਰ ਕਿੰਨੀਆਂ ਕਿੰਨੇ ਰਿਜ਼ਲਟ ਆ ਜਾਣਾ ਛੇਤੀ। ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਮਜ਼ਬੂਤ ਹੈ, ਇੱਕ ਤੇ ਇਹ ਗੱਲ। ਦੂਸਰੀ ਇਹ ਕਿ ਜਿਹੜੀਆਂ ਗੱਲਾਂ ਕਨਸੋਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ, ਜੇ ਉਹੀ ਸੱਚ ਨੇ, ਫਿਰ ਗੱਲ ਬਹੁਤ ਮਾੜੀ ਹੈ ਨਵਜੋਤ ਸਿੱਧੂ ਲਈ ਕਿ ਜਿਹੜੇ ਮੁੱਦੇ ਉਹ ਉਠਾ ਰਹੇ ਸਨ, ਉਹ ਮੁੱਦਿਆਂ ਦਾ ਇਹਨਾਂ ਕੁਰਸੀਆਂ ਨਾਲ ਜਾਂ ਅਹੁਦਿਆਂ ਨਾਲ ਜਾਂ ਉਪ ਮੁੱਖ ਮੰਤਰੀ ਨਾਲ ਜਾਂ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਕੋਈ ਸੰਬੰਧ ਨਹੀਂ। ਸ਼ਰਮਾ ਜੀ ਕਹਿੰਦੇ ਆ ਵੀ ਜਿਹੜਾ ਰਾਹੁਲ ਦਾ ਖਾਸਮ ਖਾਸ ਸੀਗਾ ਜਿਹਨੇ ਅਸਤੀਫਾ ਦਿੱਤਾ, ਹੁਣ ਮੰਤਰੀ ਨੇ, ਕਹਿੰਦੇ ਉਹਦੇ ਅਸਤੀਫੇ ਕਰਕੇ ਹੁਣ ਜਿਹੜੀ ਕਮੇਟੀ ਬਣਾਈ ਆ, ਉਹ ਪੱਬ ਜਿਹੜੇ ਪੋਚ ਕੇ ਬਿਲਕੁਲ ਠੀਕ ਗੱਲ ਹੈ ਕੁਲਦੀਪ ਜੀ ਨੇ ਜਿਹੜੀ ਗੱਲ ਦੱਸੀ, ਉਹਦੇ ਵਿੱਚ ਇਹ ਜੁੜਦੀ ਗੱਲ ਆ ਕਿ ਇਸ ਕਮੇਟੀ ਨੇ ਜੋ ਵੀ ਆਪਣਾ ਫੈਸਲਾ ਦੇਣਾ ਸੀ, ਹੁਣ ਉਹਦੇ ਤੇ ਥੋੜਾ ਜਿਹਾ ਵਿਚਾਰ ਹੋਰ ਕਰਨਗੇ ਉਹ, ਕਿਉਂਕਿ ਕੱਲ ਖਬਰਾਂ ਸੀ ਕਿ ਉਹ ਰਿਪੋਰਟ ਸੌਂਪ ਦੇਣਗੇ। ਅੱਜ ਖਬਰਾਂ ਨੇ ਵੀ 3-4 ਦਿਨ ਮੰਥਨ ਕਰਨਗੇ। ਸੌਂਪ ਦਿੱਤੀ ਆ ਜਾਂ ਨਹੀਂ ਸੌਂਪ ਦਿੱਤੀ, ਉਹੀ 3 ਬੰਦੇ ਨੇ ਜਿਨ੍ਹਾਂ ਨੇ ਰਿਪੋਰਟ ਬਣਾਈ ਆ। ਤੇ ਬਣਾਉਣ ਤੋਂ ਪਹਿਲਾਂ ਵੀ ਉਹਨਾਂ ਨੇ ਆਪਣੇ ਹੈੱਡ ਨੂੰ ਜ਼ਰੂਰ ਦੱਸਿਆ ਹੋਣਾ, ਸੋਨੀਆ ਗਾਂਧੀ ਨੂੰ ਤੇ ਰਾਹੁਲ ਗਾਂਧੀ ਨੂੰ, ਤੇ ਬਣਾਉਣ ਤੋਂ ਬਾਅਦ ਵਿੱਚ ਵੀ ਦੱਸ ਦੇਣਗੇ। ਫੈਸਲਾ ਤੇ ਗਾਂਧੀ ਪਰਿਵਾਰ ਤੋਂ ਹੀ ਹੋਣਾ ਹੈ, ਚਾਹੇ ਉਹ ਰਾਹੁਲ ਗਾਂਧੀ ਕਰ ਲੈ, ਚਾਹੇ ਪ੍ਰਿਯੰਕਾ ਗਾਂਧੀ ਕਰ ਲੈ, ਤੇ ਚਾਹੇ ਉਹ ਸੋਨੀਆ ਗਾਂਧੀ ਕਰ ਲੈਣ। ਪਰ ਗੱਲ ਇਹ ਆ ਵੀ ਜਿਹੜਾ ਕੱਲ ਜਤਿੰਦਰ ਪ੍ਰਸਾਦ ਇੱਕ ਜਤਨ ਪ੍ਰਸਾਦ ਨੇ ਜਿਹੜੇ ਛੱਡੀ ਆ ਕਾਂਗਰਸ, ਉਹਦਾ ਇਹਦੇ ਤੇ ਇੰਪੈਕਟ ਜ਼ਰੂਰ ਦੇਖਣ ਨੂੰ ਮਿਲੇਗਾ ਜੀ। ਤੇ ਇੱਕ ਗੱਲ ਹੋਰ ਵੀ ਆ ਕਿ ਕੈਪਟਨ ਸਾਹਿਬ ਦਾ ਖੇਮਾ ਬਹੁਤ ਮਜ਼ਬੂਤ ਹੈ, ਇਹ ਗੱਲ ਠੀਕ ਹੈ, ਪਰ ਜਿਹੜੀ ਚਾਹੇ ਉਹ ਕਮੇਟੀ ਦੇ ਸਾਹਮਣੇ ਐਮਐਲਏਜ਼ ਪੇਸ਼ ਹੋਏ ਆ, ਉਹਨਾਂ ਨੇ ਵੀ ਕੈਪਟਨ ਦੇ ਖਿਲਾਫ ਗੱਲ ਕੀਤੀ ਆ। ਤੇ ਕੱਲ ਜਿਹੜੀ ਗੱਲ ਖਬਰ ਇੱਕ ਸਾਹਮਣੇ ਆਉਂਦੀ ਹੈ ਕਿ ਕੈਪਟਨ ਸਾਹਿਬ ਨੇ ਆਪਣੇ ਹੀ ਫਾਰਮ ਹਾਊਸ ਤੇ 5 ਐਮਪੀਜ਼ ਨਾਲ, ਪੰਜਾਬ ਦੇ ਨਾਲ ਮੀਟਿੰਗ ਕੀਤੀ ਹੈ। ਉੱਥੇ ਵੀ ਕਿਹਾ ਗਿਆ ਕਿ ਉਹਨਾਂ ਨੂੰ ਉਹਦੇ ਐਮਪੀਜ਼ ਨੇ ਸਾਹਮਣੇ ਉਹਨਾਂ ਦੇ ਪੁੱਛ ਲਿਆ ਕਿ ਕੈਪਟਨ ਸਾਹਿਬ ਗੱਲਾਂ ਤੇ ਸਾਰੀਆਂ ਤੁਹਾਡੇ ਠੀਕ ਆ, ਅਸੀਂ ਤੁਹਾਡੇ ਨਾਲ ਆ, ਪਰ ਤੁਹਾਡਾ ਜਿਹੜਾ ਬਾਦਲਾਂ ਨਾਲ ਰਲੇ ਹੋਣ ਦੀ ਗੱਲ ਸਾਹਮਣੇ ਆਉਂਦੀ ਆ, ਉਹਦਾ ਕੀ ਜਵਾਬ ਦਈਏ। ਫਿਰ ਉਹਨਾਂ ਨੇ ਉਹਦੇ ਲਈ ਕੁਝ ਹੋਰ ਕਾਰਜਕਾਰੀਆਂ ਕਰਨ ਦੀ ਗੱਲ ਕੀਤੀ ਆ। ਮਜੀਠੀਆ ਹਲਕੇ ਤੋਂ ਆਪਣੇ ਕਿਸੇ ਪੁਰਾਣੇ ਵਰਕਰ ਨੂੰ ਐਕਟੀਵੇਟ ਕਰਨ ਦੀ ਗੱਲ ਵੀ ਕੀਤੀ ਆ। ਰਿਪੋਰਟ ਕੁਝ ਵੀ ਹੋਵੇ, ਉਹਦੇ ਨਾਲ ਪੰਜਾਬ ਦਾ ਕੁਝ ਨਹੀਂ ਸੌਰਨਾ, ਇਹ ਗੱਲ ਬਿਲਕੁਲ ਦਰੁਸਤ ਆ। ਸਰਕਾਰ ਦੀਆਂ ਗਿਣਤੀਆਂ ਮਿਣਤੀਆਂ ਸਿਰਫ ਇਸ ਗੱਲ ਤੇ ਟਿਕੀਆਂ ਹੋਈਆਂ ਪੰਜਾਬ ਕਾਂਗਰਸ ਦੀਆਂ ਕਿ ਅਗਲੀ ਵਾਰ ਪੰਜਾਬ ਦੇ ਵਿੱਚ ਕਾਂਗਰਸ ਰਹੂਗੀ ਕਿ ਨਹੀਂ ਰਹੂਗੀ, ਹੋਰ ਉਹਦਾ ਕੋਈ ਹੋਰ ਲਬਲਬ ਹੈ ਨਹੀਂ ਜੀ। ਤੇ ਕੁਲਦੀਪ ਜੀ, ਪਾਕਿਸਤਾਨ ਦਾ ਕਹਿੰਦੇ ਇੱਕ ਸ਼ੋਅ ਹੋ ਰਿਹਾ ਸੀ ਤੇ ਝਗੜਾ ਹੋ ਗਿਆ ਸ਼ੋਅ ਦੇ ਦੌਰਾਨ, ਉਹ ਕੀ ਕਹਾਣੀ ਹੈ? ਇਹ ਪਹਿਲੀ ਵਾਰੀ ਤਾਂ ਨਹੀਂ ਹੋਇਆ। ਸਾਨੂੰ ਹੈਰਾਨੀ ਹੁੰਦੀ ਨਾ, ਆਪਣੇ ਘੱਟ ਹੁੰਦਾ ਇੱਧਰ। ਹਾਂਜੀ, ਉੱਥੇ ਖੈਰ ਥੋੜਾ ਜਿਹਾ ਰਿਵਾਜ ਖੁੱਲੀ ਡਿਸਕਸ਼ਨ ਉੱਥੇ ਕਾਫੀ ਚੱਲਦੀ ਰਹਿੰਦੀ ਹੈ। ਪਰ ਮੇਰੀ ਇੱਕ ਸਲਾਹ ਹੈ ਉਹਨਾਂ ਨੂੰ ਕਿ ਜਿਹੜੀ ਨਾ ਇਸ ਤਰ੍ਹਾਂ ਜਦੋਂ ਇੱਕੋ ਸਟੂਡੀਓ ਦੇ ਵਿੱਚ ਬੈਠ ਕੇ ਡਿਸਕਸ਼ਨ ਕਰਦੇ ਨੇ, ਇਹਨੂੰ ਅਵੋਇਡ ਕਰਿਆ ਕਰਨ। ਵੀਡੀਓ ਤੇ ਘੱਟੋ ਘੱਟ ਬੰਦਾ ਆਪਣੀ ਕੁਰਸੀ ਤੇ ਤਾਂ ਬੈਠਾ ਰਹਿੰਦਾ, ਤੇ ਇਹ ਸਾਰੀਆਂ ਗੱਲਾਂ, ਇਹ ਪਹਿਲਾਂ ਵੀ 2-3 ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ। ਆਮ ਤੌਰ ਤੇ 3 ਮੁੱਖ ਪਾਰਟੀਆਂ ਨੇ ਉੱਥੇ। ਪੀਟੀਆਈ ਹੈ, ਪਾਕਿਸਤਾਨ ਤਹਿਰੀਕ ਇਨਸਾਫ ਜਿਹਦੇ ਕੇ ਇਮਰਾਨ ਖਾਨ ਆਗੂ ਨੇ ਤੇ ਪ੍ਰਧਾਨ ਮੰਤਰੀ। ਪੀਪੀਪੀ ਹੈ, ਪਾਕਿਸਤਾਨ ਪੀਪਲ ਪਾਰਟੀ, ਜਿਸ ਦੀ ਬੁਨਿਆਦ ਜਿਹੜੀ ਆ ਭੁੱਟੋ ਫੈਮਿਲੀ ਦੇ ਨਾਲ ਚੱਲਦੀ ਹੈ, ਤੇ ਬਿਲਾਵਲ ਭੁੱਟੋ ਜੋ ਬੇਨਜ਼ੀਰ ਦੇ ਬੇਟੇ ਨੇ, ਉਹ ਇਸ ਵੇਲੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੀ ਪਾਰਟੀ ਹੈ। ਤੇ ਪਾਕਿਸਤਾਨ ਮੁਸਲਿਮ ਲੀਗ ਹੈ, ਨਵਾਜ਼ ਗਰੁੱਪ, PMLN, ਨਵਾਜ਼ ਸ਼ਰੀਫ ਸਾਬਕਾ ਪ੍ਰਧਾਨ ਮੰਤਰੀ ਜੋ ਇਸ ਵੇਲੇ ਇੰਗਲੈਂਡ ਦੇ ਵਿੱਚ ਲੁੱਕ ਕੇ ਬੈਠੇ ਹੋਏ ਨੇ। ਉਹਨਾਂ ਦੇ ਬਾਰੇ ਕਸ਼ਮਕਸ਼ ਹੈ ਜਿਹੜੀ, ਇੱਕ ਟ੍ਰਾਇੰਗਲ ਬੜੀ ਜ਼ਬਰਦਸਤ ਹੈ ਪਾਕਿਸਤਾਨ ਦੇ ਵਿੱਚ। ਬੜੀ ਕਸ਼ਮਕਸ਼ ਤੋਂ ਬਾਅਦ ਪਾਕਿਸਤਾਨ ਦੇ ਵਿੱਚ PTI ਦੀ ਸਰਕਾਰ ਬਣੀ ਸੀ ਇਮਰਾਨ ਖਾਨ ਦੀ। ਇਮਰਾਨ ਖਾਨ ਦੀ ਪਾਰਟੀ ਜਿਹੜੀ ਆ ਉਹ ਕਿਤੇ ਅਜੇ ਕਮਜ਼ੋਰ ਹੈ ਜੀ। ਇਹ ਵੀ ਆਖਿਆ ਜਾਂਦਾ ਕਿ ਫੌਜ ਦੀ ਮਦਦ ਨਾਲ ਇਮਰਾਨ ਖਾਨ ਜਿਹੜੇ ਨੇ ਉਹ ਸੱਤਾ ਤੇ ਬੈਠ ਗਏ ਨੇ। ਫਿਰਦੌਸ ਆਸ਼ਕ ਅਵਾਨ ਉਹਨਾਂ ਦੀ ਪਾਰਟੀ ਦੀ ਮੈਂਬਰ ਪਾਰਲੀਮੈਂਟ ਹੈ, ਤੇ ਉਹ ਖੁੱਲੇ ਵਿਚਾਰਾਂ ਲਈ ਬੋਲਣ ਲਈ ਉਹ ਜਾਣੇ ਜਾਂਦੇ ਨੇ। ਤੇ ਇੱਕ ਜਗ੍ਹਾ ਤੇ ਟੀਵੀ ਡਿਬੇਟ ਚੱਲ ਰਹੀ ਸੀ, ਤੇ ਦੂਸਰੇ ਪਾਸੇ ਪਾਕਿਸਤਾਨ ਪੀਪਲ ਪਾਰਟੀ ਦੇ ਕਾਦਰ ਸਾਹਿਬ ਜਿਹੜੇ ਨੇ, ਉਹ ਨਵੇਂ MP ਚੁਣ ਕੇ ਆਏ ਨੇ ਬਾਈ ਇਲੈਕਸ਼ਨ ਦੇ ਵਿੱਚ, ਉਹ ਬੈਠੇ ਹੋਏ ਸਨ। ਤੇ ਬੀਬੀ ਜੀ ਉਹਨਾਂ ਨਾਲ ਗੱਲਾਂ ਕਰਦੇ ਰਹੇ, ਬਹਿਸਬਾਜ਼ੀ ਇੱਥੋਂ ਹੱਦ ਤੱਕ ਵੱਧ ਗਈ ਕਿ ਬੀਬੀ ਜੀ ਨੇ ਉਹਨਾਂ ਦੇ ਗਲ ਨੂੰ ਜਾ ਹੱਥ ਪਾਇਆ। ਤੇ ਜਦੋਂ ਉਹਨਾਂ ਨੇ ਥੋੜਾ ਜਿਹਾ ਧੱਕਾ ਮਾਰ ਕੇ ਉਹਨਾਂ ਨੂੰ ਪਿਛਾਹ ਕੀਤਾ, ਤੇ ਨਾਲ ਦੀ ਨਾਲੇ ਉਹਨਾਂ ਨੇ ਚਪੇੜ ਮਾਰ ਦਿੱਤੀ, ਤੇ ਥੋੜੀ ਜਿਹੀ ਹੱਥੋਂ ਪਾਈ ਜਿਹੜੀ ਉੱਥੇ ਹੋਈ, ਤੇ ਉੱਥੇ ਫਿਰ ਛੜਾ ਜਿਹੜਾ ਉਹ ਕਰਵਾ ਦਿੱਤਾ ਗਿਆ। ਇਸ ਤਰ੍ਹਾਂ ਹੋ ਜਾਂਦਾ। ਉੱਥੇ ਪਹਿਲਾਂ ਵੀ 3-4 ਵਾਰ ਇਹੋ ਜਿਹੀਆਂ ਘਟਨਾਵਾਂ ਹੋ ਚੁੱਕੀਆਂ ਨੇ।
ਇੱਕ ਵਾਰੀ ਬੈਠੇ ਹੋਏ ਹੋਸਟ ਦੇ ਉੱਪਰ ਜਾਂ ਗੈਸਟ ਦੇ ਉੱਪਰ ਦੋ ਗੈਸਟਾਂ ਦੀ ਆਪਸ ਵਿੱਚ ਨੋਕ ਤੋਂ ਇੰਨੀ ਵੱਧ ਗਈ ਕਿ ਉਸਨੇ ਪਾਣੀ ਦਾ ਗਲਾਸ ਚੁੱਕ ਕੇ ਮਾਰਿਆ ਤੇ ਫਿਰ ਗੰਦੀਆਂ ਗਾਲਾਂ ਕੱਢਣ ਤੱਕ ਕਈ ਵਾਰੀ ਫੌਜ ਦੇ ਇੱਕ ਆਗੂ ਜਿਹੜੇ ਨੇ ਉਹ ਦੇਖੇ ਗਏ ਕਿ ਗੰਦੀਆਂ ਗਾਲਾਂ ਕੱਢ ਰਹੇ ਨੇ ਇੱਕ ਦੂਸਰੇ ਤੇ। ਇਸ ਤਰ੍ਹਾਂ ਦੀ ਤੁਹਮਤਬਾਜ਼ੀ ਖਾਸ ਤੌਰ ਤੇ ਜਦੋਂ ਔਰਤ ਉੱਥੇ ਬੈਠੀ ਹੋਵੇ ਆਪਣੇ ਚੈਨਲ ਤੇ ਜਾਂ ਔਰਤ ਜਿਹੜੇ ਪੋਲੀਟੀਸ਼ੀਅਨ ਬੈਠੀਆਂ ਹੋਣ ਤਾਂ ਉਹਨਾਂ ਨੂੰ ਭੱਦੀਆਂ ਗੱਲਾਂ ਕਹਿਣ ਤੋਂ ਗੁਰੇਜ਼ ਨਹੀਂ ਕਰਦੇ। ਸਾਡੇ ਵੀ ਕਿਤੇ ਅਜੇ ਇਸ ਦੀ ਝਲਕ ਮਿਲਦੀ ਹੈ ਪਰ ਮੈਂ ਸਮਝਦਾ ਕਿ ਅਜੇ ਬਚਾਅ ਹੈ। ਪਰ ਹੱਥੋਂ ਪਾਈ ਦੀ ਨੌਬਤ ਸ਼ਾਇਦ ਹੀ ਕਿਤੇ ਆਈ ਹੋਵੇ ਪਰ ਉੱਥੇ ਅਕਸਰ ਆ ਜਾਂਦੀ ਹੈ ਤੇ ਇੱਕ ਤਾਜ਼ਾ ਮਿਸਾਲ ਜਿਹੜੀ ਹੈ ਐਕਸਪ੍ਰੈਸ ਨਿਊਜ਼ ਚੈਨਲ ਹੈ ਜਿਹੜਾ ਉਸ ਦੇ ਵਿੱਚ ਇਹ ਆਈ ਹੈ। ਮੇਰੇ ਮਨ 'ਚ ਹੁਣ ਇੱਕ ਸਵਾਲ ਆਉਣ ਡਿਆ ਕਿ ਫਿਰ ਉਹ ਪ੍ਰੋਗਰਾਮ ਉੱਥੇ ਰਫਾ ਦਫਾ ਹੋ ਜਾਂਦਾ ਕਿ ਕੰਟੀਨਿਊ ਕਰਦੇ ਨੇ ਲੜਾਈ ਤੋਂ ਬਾਅਦ? ਇਹ ਮੈਂ ਇਹਦੇ ਬਾਰੇ ਪਤਾ ਨਹੀਂ ਜੀ ਕਿਤੇ। ਇਹ ਤਾਂ ਵੀਡੀਓ ਸ਼ੋਅ ਦੀ ਤੁਸੀਂ ਗੱਲ ਕਰਦੇ ਆ, ਸਾਡੇ ਵਿਧਾਨ ਸਭਾ 'ਚ ਲੜ ਪੈਂਦੇ ਨੇ ਕਈ ਵਾਰ, ਮਾਈਕ ਚੁੱਕ ਕੇ ਮਾਰਦੇ ਨੇ ਤੇ ਨਰਸਿਮਹਾ ਰਾਓ ਦੀ ਸਰਕਾਰ ਦੇ ਵੇਲੇ ਨੋਟ ਦਿਖਾਲੇ ਗਏ ਤੇ ਬਹੁਤ ਵਾਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀਡੀਓ ਤੇ ਕੁਝ ਮੋਬਾਈਲਾਂ ਤੇ ਇਹੋ ਜਿਹਾ ਦੇਖਦੇ ਦਿਖਾਏ ਗਏ ਨੇ ਜਿਹੜਾ ਇਤਰਾਜ਼ਯੋਗ ਸੀ ਤੇ ਗਾਲਾਂ ਤੇ ਪੰਜਾਬ ਵਿਧਾਨ ਸਭਾ 'ਚ ਵੀ ਕੱਢੀਆਂ ਗਈਆਂ, ਹਾਲਾਂਕਿ ਉਹ ਬਾਅਦ 'ਚ ਆਫ ਦੀ ਰਿਕਾਰਡ ਕਰ ਦਿੱਤੀਆਂ ਜਾਂਦੀਆਂ ਨੇ, ਵਿਧਾਨ ਦੇ ਉਹਦੇ 'ਚੋਂ ਕੱਟ ਦਿੱਤੀਆਂ ਜਾਂਦੀਆਂ ਨੇ ਕਿ ਰਿਕਾਰਡ 'ਚ ਨਾ ਰਹਿਣ, ਮੁੜ ਕੇ ਉਹਦੀ ਕੋਈ ਕਢਾ ਨਾ ਸਕੇ। ਤੇ ਜਿਹੜਾ ਜਿਹਨੂੰ ਤੁਸੀਂ ਕੀ ਕਹਿੰਦੇ ਰਾਜਨੀਤੀ ਦਾ ਮਿਆਰ ਤੇ ਗਿਰ ਹੀ ਰਿਹਾ, ਚਾਹੇ ਉਹ ਪਾਕਿਸਤਾਨ ਹੈ ਤੇ ਚਾਹੇ ਭਾਰਤ ਹੈ। ਬਿਲਕੁਲ ਗਿਰ ਰਿਹਾ। ਕੁਲਦੀਪ ਜੀ, ਭਾਜਪਾ ਤੇ ਕਾਂਗਰਸ ਨੂੰ ਜਿਹੜਾ ਚੰਦਾ ਮਿਲ ਰਿਹਾ ਉਹਦੇ ਫਰਕ ਦੀਆਂ ਅੱਜ ਜਿਹੜੀਆਂ ਖਬਰਾਂ ਸੁਰਖੀਆਂ 'ਚ ਲੱਗੀਆਂ ਨੇ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੁਨੀਆ ਭਰ ਦੇ ਵਿੱਚ ਸਵਲੀਨ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਹਰੇਕ ਪਾਰਟੀ ਨੂੰ ਜਿੱਥੇ ਲੋਕਤੰਤਰਿਕ ਵਿਵਸਥਾ ਹੈ ਉੱਥੇ ਚੰਦਾ ਦਿੰਦੀਆਂ ਨੇ, ਪ੍ਰਾਈਵੇਟ ਕੰਪਨੀਆਂ ਦਿੰਦੀਆਂ ਨੇ, ਵੱਡੇ ਫਾਈਨੈਂਸ਼ੀਅਲ ਅਦਾਰੇ ਦਿੰਦੇ ਨੇ ਤੇ ਆਮ ਲੋਕ ਵੀ ਦਿੰਦੇ ਨੇ। ਕੈਨੇਡਾ ਵਰਗੇ ਮੁਲਕ ਵਿੱਚ ਆਮ ਲੋਕਾਂ ਤੋਂ 50 20 ਡਾਲਰ ਤੱਕ ਵੀ ਲੈ ਜਾਂਦੇ ਨੇ, ਦੇ ਦਿੰਦੇ ਨੇ ਲੋਕ ਆਪਣੀ ਮਰਜ਼ੀ ਨਾਲ ਕਿ ਖੁਸ਼ ਹੋ ਕੇ ਵੀ ਦਿੰਦੇ ਨੇ ਤੇ ਉਹ ਆਨਲਾਈਨ ਜਾ ਕੇ ਤੁਸੀਂ ਪੇਮੈਂਟ ਕਰ ਸਕਦੇ ਹੋ। ਪਰ ਭਾਰਤ ਦੇ ਵਿੱਚ ਚੰਦਾ ਦੇਣ ਦਾ ਰਿਵਾਜ ਕੁਝ ਵੱਖਰਾ ਹੈ। ਇੱਕ ਤੇ ਚੰਦਾ ਆਪਣੇ ਕਿਸੇ ਸੱਜਣ ਮਿੱਤਰ ਉਮੀਦਵਾਰ ਨੂੰ ਦਿੱਤਾ ਜਾਂਦਾ ਹੈ, ਜਦੋਂ ਇਲੈਕਸ਼ਨ ਚੱਲ ਰਹੀ ਹੋਵੇ ਤੇ ਉਹਦੇ ਲਾਗੇ ਜਾ ਕੇ ਖਲੋ ਜਾਣਾ ਤੇ ਆ ਲਓ ਜੀ ਮੇਰੇ ਵੱਲੋਂ ਵੀ ਜੱਗ ਦੇ ਵਿੱਚ ਹਿੱਸਾ ਪਾ ਲਓ ਤੇ ਉਹ ਕਹਿੰਦੇ ਚਲੋ ਕੋਈ ਨਹੀਂ, ਇਹਦੀ ਲੋੜ ਨਹੀਂ, ਨਾਲੇ ਫੜ ਕੇ ਰੱਖ ਲੈਂਦੇ ਨੇ। ਇਸ ਤਰ੍ਹਾਂ ਵੀ ਕੀਤਾ ਜਾਂਦਾ। ਭਾਜਪਾ ਨੂੰ ਚੰਦੇ ਦੇ ਵਿੱਚ ਬਹੁਤ ਵੱਡੀਆਂ ਰਕਮਾਂ ਮਿਲ ਰਹੀਆਂ ਨੇ। ਹੁਣ ਭਾਰਤ ਦੇ ਵਿੱਚ ਵੀ ਕੰਪਨੀਆਂ ਚੰਦਾ ਦਿੰਦੀਆਂ ਨੇ, ਇਸ ਵਿੱਚ ਕੋਈ ਸ਼ੱਕ ਨਹੀਂ, ਦੁਨੀਆ ਭਰ ਵਿੱਚ ਹੈ। ਪਰ ਹੁਣ ਕੰਪਨੀਆਂ ਦਿੰਦੀਆਂ ਆਪਣੇ ਤੌਰ ਤੇ ਵੀ ਕਈ ਚੰਦਾ ਨੇ ਤੇ ਕਈ ਜਗ੍ਹਾ ਤੇ ਕੰਪਨੀਆਂ ਨੇ ਇੱਕ ਪੂਲ ਬਣਾ ਲਿਆ ਹੋਇਆ ਹੈ ਜਿਸ ਦੇ ਵਿੱਚ ਪ੍ਰੂਡੈਂਟ ਇਲੈਕਟੋਰਲ ਟਰਸਟ ਹੈ। ਇਹ ਇੱਕ ਟਰਸਟ ਹੈ। ਟਰਸਟ ਦੇ ਵਿੱਚ ਇੱਕ ਪੈਸਾ ਜਿਹੜਾ ਉੱਥੇ ਜਮ੍ਹਾਂ ਰੱਖਿਆ ਜਾਂਦਾ ਤੇ ਫਿਰ ਉਹ ਜਿਸ ਨੂੰ ਫਿੱਟ ਬੈਠਦਾ ਹੈ, ਉਸ ਜਿਸ ਨੂੰ ਠੀਕ ਸਮਝਦਾ ਉਸ ਨੂੰ ਫਿਰ ਟਰਸਟ ਜਿਹੜਾ ਪੈਸਾ ਦਿੰਦਾ। ਹੁਣ ਉਸ ਟਰਸਟ ਵੱਲੋਂ ਪੈਸਾ ਦਿੱਤਾ ਗਿਆ ਕਾਫੀ ਭਾਜਪਾ ਨੂੰ, ਪਰ ਭਾਜਪਾ ਨੂੰ ਸਿਰਫ ਉਹਨਾਂ ਤੋਂ ਨਹੀਂ ਆਇਆ ਪਰ ਓਵਰਆਲ 2019-20 ਦੇ ਜਿਹੜੇ ਅੰਕੜੇ ਸਾਹਮਣੇ ਆਏ ਨੇ, ਭਾਜਪਾ ਨੂੰ ਇਸ ਵਿੱਤੀ ਵਰ੍ਹੇ ਦੇ ਵਿੱਚ 750 ਕਰੋੜ ਰੁਪਈਆ ਚੰਦਾ ਜਿਹੜਾ ਆਇਆ, ਜਦ ਕਿ ਕਾਂਗਰਸ ਨੂੰ ਸਿਰਫ 139 ਕਰੋੜ ਹੈ ਤੇ ਕਾਂਗਰਸ ਵਾਲੇ ਬਹੁਤ ਪਿੱਟ ਰਹੇ ਨੇ ਕਿ ਸਾਡੇ ਕੋਲ ਫੰਡਾਂ ਦੀ ਬਹੁਤ ਘਾਟ ਹੈ, ਪਤਾ ਨਹੀਂ ਕਿੱਥੇ ਖਰਚਣੇ ਨੇ। ਹੁਣ ਇਸ ਤੋਂ ਇਲਾਵਾ ਕਾਂਗਰਸ ਨੂੰ ਤੇ ਇੰਨਾ ਮਿਲਿਆ, ਤ੍ਰਿਣਮੂਲ ਕਾਂਗਰਸ ਨੂੰ ਵੀ 8 ਕਰੋੜ ਮਿਲਿਆ, CPI ਨੂੰ ਵੀ 2 ਕਰੋੜ ਦੇ ਲਾਗੇ ਮਿਲਿਆ, ਹੋਰ ਕਈ ਛੋਟੀ ਪਾਰਟੀਆਂ ਦੇ ਵੀ ਨਾਂ ਨੇ ਜਿਨ੍ਹਾਂ ਨੂੰ ਕਾਫੀ ਪੈਸੇ ਮਿਲੇ ਨੇ। ਹੁਣ ਪ੍ਰੂਡੈਂਟ ਇਲੈਕਟੋਰਲ ਟਰਸਟ ਆ ਜਿਹੜਾ, ਇਸ ਤਰ੍ਹਾਂ ਦੇ 22 ਟਰਸਟ ਦੱਸੇ ਜਾਂਦੇ ਨੇ ਭਾਰਤ ਵਿੱਚ, ਇਹਨਾਂ ਵਿੱਚ ਥੋੜੇ ਕੰਮ ਕਰਦੇ ਨੇ ਪਰ ਪ੍ਰੂਡੈਂਟ ਟਰਸਟ ਜਿਹੜਾ ਇਲੈਕਟੋਰਲ ਟਰਸਟ ਹੈ ਸਭ ਤੋਂ ਉੱਪਰ ਹੈ, ਇਹਨਾਂ ਨਾਲ ਦਾ ਕੋਈ ਨਹੀਂ ਹੈ। DLF ਵਰਗੀਆਂ ਕੰਪਨੀਆਂ ਇਹਨਾਂ ਨੂੰ ਚੰਦਾ ਦਿੰਦੀਆਂ ਨੇ, ਹੋਰ ਭਾਰਤੀ ਏਅਰਟੈਲ ਵਾਲੀ ਕੰਪਨੀ ਵੀ ਇਹਨਾਂ ਨੂੰ ਚੰਦਾ ਦਿੰਦੀ ਹੈ। ਇਹੋ ਜਿਹੀਆਂ ਲਾਤਦਾਦ ਅਣਗਿਣਤ ਕੰਪਨੀਆਂ ਨੇ ਜਿਹੜੀਆਂ ਪ੍ਰੂਡੈਂਟ ਵਾਲਿਆਂ ਨੂੰ ਚੰਦਾ ਦਿੰਦੀਆਂ ਨੇ ਤੇ ਫਿਰ ਉਹ ਗਾਂ ਅੱਗੇ ਜਿਸ ਪਾਰਟੀ ਨੂੰ ਠੀਕ ਲੱਗੇ ਫਾਰਵਰਡ ਕਰਦੀਆਂ ਨੇ। ਇਹਨਾਂ ਨੇ ਤਕਰੀਬਨ 169 ਕਰੋੜ ਚੰਦਾ ਦਿੱਤਾ ਹੈ ਪਿਛਲੇ ਸਾਲ ਭਾਜਪਾ ਨੂੰ, ਪ੍ਰੂਡੈਂਟ ਵਾਲਿਆਂ ਨੇ ਇਕੱਲਾ, ਜਿਸ ਵਿੱਚ 169 ਕਰੋੜ ਟੋਟਲ ਇਹਨਾਂ ਕੋਲ ਚੰਦਾ ਸੀ, 146 ਕਰੋੜ ਜਿਹੜਾ ਹੈ ਭਾਜਪਾ ਨੂੰ ਦਿੱਤਾ ਹੈ ਤੇ ਤਕਰੀਬਨ 10 ਕਰੋੜ ਜਿਹੜਾ ਹੈ ਕਾਂਗਰਸ ਨੂੰ ਦਿੱਤਾ ਹੈ। ਸੋ ਆਪਣੇ ਚੰਦੇ ਦਾ ਪ੍ਰੂਡੈਂਟ ਵਾਲਿਆਂ ਨੇ 85% ਜਿਹੜਾ ਹੈ ਉਹ ਸਿਰਫ ਭਾਜਪਾ ਨੂੰ ਦੇ ਦਿੱਤਾ। ਹੁਣ ਇਸ ਤੋਂ ਇਲਾਵਾ 2017 ਤੋਂ ਲੈ ਕੇ ਵਿੱਤੀ ਵਰ੍ਹੇ ਤੋਂ ਲੈ ਕੇ ਹੁਣ ਤੱਕ 726 ਕਰੋੜ ਜਿਹੜਾ ਹੈ 2026 ਕਰੋੜ ਜਿਹੜਾ ਹੈ ਪ੍ਰੂਡੈਂਟ ਦੇ ਜ਼ਰੀਏ ਭਾਜਪਾ ਨੂੰ ਜਾ ਚੁੱਕਾ ਹੈ। ਸੋ ਵੱਡੀ ਗਿਣਤੀ ਹੈ, ਭਾਜਪਾ ਵਾਲਿਆਂ ਨੂੰ ਉੱਥੋਂ ਬਹੁਤ ਵੱਡਾ ਚੰਦਾ ਮਿਲ ਰਿਹਾ ਤੇ ਇਹਨਾਂ ਨੂੰ ਇਸ ਵੇਲੇ ਟੋਟਲ ਜਿਹੜੀ ਆਮਦਨ ਹੈ ਪੁਰਾਣੇ ਇੱਕ ਵਿੱਤੀ ਵਰ੍ਹੇ ਦੀ ਗੱਲ ਰੱਖੀ ਜਾਵੇ ਤੇ 1039 ਕਰੋੜ ਦੀ ਆਮਦਨ ਜਿਹੜੀ ਹੈ 2017 ਦੇ ਫਾਈਨੈਂਸ਼ੀਅਲ ਵਿੱਤੀ ਵਰ੍ਹੇ ਦੇ ਵਿੱਚ ਇਹਨਾਂ ਨੂੰ ਹੋਈ ਸੀ ਤੇ ਕਾਂਗਰਸ ਨੂੰ ਉਦੋਂ 225 ਕਰੋੜ ਦੀ ਹੋਈ ਸੀ। ਸੋ ਇਹ ਅੰਕੜੇ ਨੇ ਕੁਝ, ਇਹ ਸਾਡੇ ਸਿਸਟਮ ਨੂੰ ਦਰਸਾਉਂਦੇ ਨੇ। ਹੁਣ ਇਸ ਦੇ ਵਿੱਚ ਉਹ ਵੀ ਕੰਪਨੀਆਂ ਹੋਣਗੀਆਂ ਜਿਨ੍ਹਾਂ ਦੀ ਵਿੱਤੀ ਸਹਾਇਤਾ, ਮਾਲੀ ਸਹਾਇਤਾ ਜਿਹੜੀਆਂ ਇਹਨਾਂ ਨੂੰ ਪਾਰਟੀਆਂ ਨੂੰ ਦਿੱਤੀ ਜਾਂਦੀ ਹੈ ਉਸ ਦਾ ਕੋਈ ਰਿਕਾਰਡ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਇਹ ਇੰਨੇ ਵੱਡੇ ਪੱਧਰ ਤੇ ਦਿੱਤੀ ਜਾਂਦੀ ਹੈ ਤੇ ਅੰਦਰ ਖਾਤੇ ਕੰਪਨੀਆਂ ਕੀ ਦਿੰਦੀਆਂ ਹੋਣਗੀਆਂ ਜਿਸ ਦੇ ਵਿੱਚ ਮੀਡੀਆ ਸੰਸਥਾਨ ਵੀ ਆਉਂਦੇ ਨੇ, ਹੋਰ ਕਈ ਲੋਕ ਇਨਫਲੂਐਂਸ਼ੀਅਲ ਲੋਕ, ਵੈਸਟਡ ਇੰਟਰਸਟ ਇਸੇ ਨੂੰ ਕਹਿੰਦੇ ਨੇ ਕਿ ਜਦੋਂ ਇਨਵੈਸਟਮੈਂਟ ਕਿਤੇ ਕਰਦੇ ਹੋ ਤੇ ਵੈਸਟਡ ਇੰਟਰਸਟ ਕੇ ਭਾਵ ਜਦੋਂ ਤੁਸੀਂ ਕਿਸੇ ਨੂੰ ਚੰਦਾ ਦਿੰਦੇ ਹੋ ਤੇ ਕਿਸ ਕੰਮ ਵਾਸਤੇ ਦਿੰਦੇ ਹੋ, ਕੀ ਇਹ ਤੁਸੀਂ ਇਹ ਭਾਰਤ ਦੇ ਵਿੱਚ ਵੋਟਾਂ ਕਰਾਉਣ ਦੀ ਫੀਸ ਦਿੰਦੇ ਹੋ? ਪਰ ਇਹ ਤਾਂ ਉਹ ਮਸਲਾ ਨਹੀਂ ਹੈ।
ਇਹ ਤੇ ਸਿਰਫ ਆਪਣੇ ਕੰਮ ਕਢਵਾਉਣ ਖਾਤਰ ਜਾਂ ਟੋਟਲ ਸਿਸਟਮ ਦੇ ਵਿੱਚ ਜੋ ਉਹ ਸਾਰੇ ਸਿਸਟਮ ਨੂੰ ਇੱਕ ਜਿਹੜਾ ਪੁਰਾਣਾ ਇੱਕ ਰਿਵਾਜ ਨਿਕੰਮਾ ਜਿਹਾ ਚੱਲ ਪਿਆ ਉਸ ਦੇ ਤਹਿਤ ਚੰਦਾ ਜਿਹੜਾ ਦਿੱਤਾ ਜਾਂਦਾ। ਮੈਂ ਸਮਝਦਾ ਇਸ ਤੋਂ ਬਿਨਾਂ ਵੀ ਕੰਮ ਨਹੀਂ ਚੱਲ ਸਕਦਾ, ਪਰ ਇੰਨੀ ਵੱਡੀ ਮਾਤਰਾ ਦੇ ਵਿੱਚ ਜਦੋਂ ਦੇਸ਼ ਨੂੰ ਇੰਨੇ ਜ਼ਿਆਦਾ ਪੈਸੇ ਦੀ ਲੋੜ ਹੋਵੇ ਔਰ ਕੋਵਿਡ ਵਰਗੀ ਮਹਾਮਾਰੀ ਨਾਲ ਨਜਿੱਠਣ ਦੀ ਗੱਲ ਹੋਵੇ, ਇਹ ਤੇ ਕੰਪਨੀਆਂ ਨੂੰ ਵੀ ਚਾਹੀਦਾ ਕਿ ਪਾਰਟੀਆਂ ਨੂੰ ਇਸ ਤਰ੍ਹਾਂ ਚੰਦੇ ਨਾ ਦੇਣ ਤੇ ਆਮ ਲੋਕਾਂ ਤੱਕ ਇਹ ਰਕਮ ਜਿਹੜੀ ਆ ਪਹੁੰਚ ਸਕੇ। ਜੀ, ਸਮੇਂ ਦੀ ਘਾਟ ਕਰਕੇ ਸਾਨੂੰ ਪ੍ਰੋਗਰਾਮ ਇੱਥੇ ਸਮੇਟਣਾ ਪੈਣਾ। ਕੁਲਦੀਪ ਜੀ ਸ਼ਰਮਾ ਜੀ, ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਨਵਾਂ ਪ੍ਰੋਗਰਾਮ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।